ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ ਜੀਓ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ। ਹੈ ਭੀ ਸਚ। ਨਾਨਕ ਹੋਸੀ ਭੀ ਸਚ। ਦੀਨ ਦਰਦ ਦੁਖ ਭੰਜਨ ਘਟ ਘਟ ਨਾਥ ਅਨਾਥ। ਸ਼ਰਨ ਤੁਮਾਰੀ ਆਇਓ। ਨਾਨਕ ਕੇ ਪ੍ਰਭ ਸਾਥ। ਕਬੀਰ ਸੇਵਾ ਕੋ ਦੋਏ ਭਲੇ। ਏਕ ਸੰਤ ਇਕ ਰਾਮ। ਰਾਮ ਜੋ ਦਾਤਾ ਮੁਕਤ ਕੋ। ਸੰਤ ਜਪਾਵੈ ਨਾਮ। ਧੰਨ ਧੰਨ ਜੀ ਆਉਣਾ ਉਹਨਾਂ ਦਾ। ਧੰਨ ਧੰਨ ਜੀ ਆਉਣਾ ਉਹਨਾਂ ਦਾ। ਧੰਨ ਜੀ ਆਉਣਾ ਉਹਨਾਂ ਦਾ। ਧੰਨ 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 ਧੰਨ ਜੀ ਆਉਣਾ ਉਹਨਾਂ ਦਾ। ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ ਪਿਆਰਿਓ। ਆਉਣਾ ਉਹਨਾਂ ਦਾ। ਧੰਨ ਧੰਨ ਜੀ ਆਉਣਾ ਉਹਨਾਂ ਦਾ।
तर जावे प्यारियो आउणा उन्हां दा धन धन जी आउणा उन्हां दा जगत तर जावे प्यारियो आउणा उन्हां दा धन धन जी आउणा उन्हां दा जावे प्यारियो आउणा उन्हां दा धन धन जी आउणा उन्हां दा धन धन जी आउणा उन्हां दा धन धन जी प्यारे बाबा जी बाबा हरी सिंह जी प्यारे बाबा जी मेरे प्यारे बाबा जी बाबा हरी सिंह जी मेरे प्यारे बाबा जी मेरे प्यारे बाबा जी बाबा हरी सिंह जी मेरे प्यारे बाबा जी मेरे प्यारे बाबा जी बाबा हरी सिंह जी मेरे प्यारे बाबा जी मेरे प्यारे बाबा जी बाबा हरी सिंह जी मेरे प्यारे बाबा जी मेरे प्यारे बाबा जी बाबा हरी सिंह जी पर दियो झोली मेरी 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 मेरे प्यारे बाबा जी बाबा हरी सिंह जी पर दियो झोली मेरी मेरे प्यारे बाबा जी बाबा
ਹਰੀ ਸਿੰਘ ਜੀ ਭਰ ਦਿਓ ਝੋਲੀ ਮੇਰੀ। ਮੇਰੇ ਪਿਆਰੇ ਬਾਬਾ ਜੀ ਬਾਬਾ ਹਰੀ ਸਿੰਘ ਜੀ ਭਰ ਦਿਓ ਝੋਲੀ ਮੇਰੀ। ਮੇਰੇ ਪਿਆਰੇ ਬਾਬਾ ਜੀ ਬਾਬਾ ਹਰੀ ਸਿੰਘ ਜੀ ਭਰ ਦਿਓ ਝੋਲੀ ਮੇਰੀ। ਮੇਰੇ ਪਿਆਰੇ ਬਾਬਾ ਜੀ ਬਾਬਾ ਹਰੀ ਸਿੰਘ ਜੀ ਭਰ ਦਿਓ ਝੋਲੀ ਮੇਰੀ। ਮੇਰੇ ਪਿਆਰੇ ਬਾਬਾ ਜੀ ਬਾਬਾ ਹਰੀ ਸਿੰਘ ਜੀ ਭਰ ਦਿਓ ਝੋਲੀ ਮੇਰੀ। ਸੰਗਤ ਕਰਮਾਂ ਵਾਲੀ, ਸੰਗਤ ਕਰਮਾਂ ਵਾਲੀ, ਸੰਗਤ ਕਰਮਾਂ ਵਾਲੀ। ਸੰਗਤ ਕਰਮਾਂ ਵਾਲੀ, ਸੰਗਤ ਕਰਮਾਂ ਵਾਲੀ, ਸੰਗਤ ਕਰਮਾਂ ਵਾਲੀ। ਸੰਗਤ ਕਰਮਾਂ ਵਾਲੀ, ਸੰਗਤ ਕਰਮਾਂ ਵਾਲੀ, ਸੰਗਤ ਕਰਮਾਂ ਵਾਲੀ। ਜਾਵੇ ਕੋਈ ਨਾ ਖਾਲੀ, ਜਾਵੇ ਕੋਈ ਨਾ ਖਾਲੀ, ਜਾਵੇ ਕੋਈ ਨਾ ਖਾਲੀ। ਜਾਵੇ ਕੋਈ ਨਾ ਖਾਲੀ, ਜਾਵੇ ਕੋਈ ਨਾ ਖਾਲੀ, ਜਾਵੇ ਕੋਈ ਨਾ ਖਾਲੀ। ਜਾਵੇ ਕੋਈ ਨਾ ਖਾਲੀ, ਜਾਵੇ ਕੋਈ ਨਾ ਖਾਲੀ, ਜਾਵੇ ਕੋਈ ਨਾ ਖਾਲੀ। ਮੇਰੇ ਪਿਆਰੇ ਬਾਬਾ ਜੀ ਬਾਬਾ ਹਰੀ ਸਿੰਘ ਜੀ ਭਰ ਦਿਓ ਝੋਲੀ ਮੇਰੀ। ਮੇਰੇ ਪਿਆਰੇ ਬਾਬਾ ਜੀ ਬਾਬਾ ਹਰੀ ਸਿੰਘ ਜੀ ਭਰ ਦਿਓ ਝੋਲੀ ਮੇਰੀ। ਮੇਰੇ ਪਿਆਰੇ ਬਾਬਾ ਜੀ ਬਾਬਾ ਹਰੀ ਸਿੰਘ ਜੀ ਭਰ ਦਿਓ ਝੋਲੀ ਮੇਰੀ। ਮੇਰੇ ਪਿਆਰੇ ਬਾਬਾ ਜੀ ਬਾਬਾ ਹਰੀ ਸਿੰਘ ਜੀ ਭਰ ਦਿਓ ਝੋਲੀ ਮੇਰੀ। ਮੇਰੇ ਪਿਆਰੇ ਬਾਬਾ ਜੀ ਬਾਬਾ ਹਰੀ ਸਿੰਘ ਜੀ ਭਰ ਦਿਓ ਝੋਲੀ ਮੇਰੀ। ਮੇਰੇ ਪਿਆਰੇ ਬਾਬਾ ਜੀ ਬਾਬਾ ਹਰੀ ਸਿੰਘ ਜੀ ਭਰ ਦਿਓ ਝੋਲੀ ਮੇਰੀ। ਕਬੀਰ ਸੰਤ ਮੂਏ ਕਿਆ ਰੋਈ ਐ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਬਾਪੁਰੇ, ਜੋ ਹਾਥੇ ਹਾਥ ਵਿਕਾਏ। ਜੀ ਹਰ ਹਰ ਜਨ ਦੋਇ ਏਕ ਹੈ, ਬੇਦ ਵਿਚਾਰ ਕਛਨਾ ਹੈ। ਜਲ ਤੇ ਉਪਜਤ ਰੰਗ ਜਿਉ, ਜਲ ਹੀ ਵਿਖੇ ਸਮਾਏ। ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ। ਰੋਵੋ ਸਾਖਤ ਬਾਪਰੇ, ਜੋ ਹਟ ਹੈ ਹਾਟ ਪਕਾਏ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਵਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ, ਗੱਜ ਕੇ ਫਤਿਹ ਬੁਲਾਈਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਇੱਕੋ ਵਾਰੀ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਮਹੀਨੇ ਦੀ ਤਰ੍ਹਾਂ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ 108 ਸ਼੍ਰੀਮਾਨ ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲੇ ਮਹਾਂਪੁਰਸ਼, ਤਿੰਨਾਂ ਤੋਂ ਵਰਸਾਏ, ਤਿੰਨਾਂ ਦੇ ਚਰਨ ਸੇਵਕ ਧੰਨ ਧੰਨ 108 ਸ਼੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ
ਨੈਕੀ ਵਾਲੇ ਮਹਾਂਪੁਰਖਾਂ ਦੇ ਤਪ ਸਥਾਨ ਕੁਟੀਆ ਬਗੌਰਾ ਵਿਖੇ ਸੱਜ ਬੈਠੇ ਹੋ। ਪਿਛਲੇ ਕੁਝ ਰੋਜ਼ਾਂ ਤੋਂ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ਼੍ਰੀ ਅਖੰਡ ਜਾਪ ਸਾਹਿਬ ਆਰੰਭ ਸਨ। ਸੰਪੂਰਨ ਭੋਗ ਉਪਰੰਤ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅਰਦਾਸ ਬੇਨਤੀ ਹੁਕਮਨਾਮਾ ਸਾਹਿਬ ਔਰ ਭਾਈ ਸਾਹਿਬ ਭਾਈ ਲਖਵੀਰ ਸਿੰਘ ਜੀ ਤਿੰਨਾਂ ਨੇ ਗੁਰਬਾਣੀ ਕੀਰਤਨ ਦੁਆਰਾ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝ ਪਾਈ ਹੈ। ਸੋ ਆਓ ਜਿਤਨਾ ਸਮਾਂ ਗੁਰੂ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਬਖਸ਼ਦੇ ਹੈ, ਬੜੇ ਪਿਆਰ ਸਤਿਕਾਰ ਦੇ ਨਾਲ ਗੁਰ ਇਤਿਹਾਸ ਗੁਰਮਤਿ ਦੀ ਵਿਚਾਰ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਜਿੱਥੇ ਆਪ ਜੀ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਆ ਜੇ ਇਕੱਤਰ ਹੋਏ ਹੋ, ਨਾਨਕ ਸ਼ਾਹੀ ਸੰਮਤ ਦੇ ਮੁਤਾਬਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਤਾਬਕ ਅੱਜ ਨਵੇਂ ਸਾਲ ਦੀ ਆਰੰਭਤਾ ਹੈ। ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਨਵੇਂ ਸਾਲ ਦੀ ਆਰੰਭਤਾ ਗੁਰਮਤਿ ਦੇ ਅਨੁਸਾਰ ਅੱਜ ਹੋਈ ਹੈ। ਇੱਕ ਚੇਤ ਵਿੱਚ ਆਪ ਜੀ ਬੈਠੇ ਹੋ ਔਰ ਨਾਲ ਨਾਲ ਧੰਨ ਧੰਨ 108 ਸ਼੍ਰੀਮਾਨ ਸੰਤ ਬਾਬਾ ਹਰੀ ਸਿੰਘ ਜੀ ਨੈਕੀ ਵਾਲੇ ਮਹਾਂਪੁਰਸ਼ ਜੋ ਸਰੀਰ ਕਰਕੇ ਇਸ ਸੰਸਾਰ ਤੋਂ ਸੱਚਖੰਡ ਪਿਆਨਾ ਕਰ ਗਏ ਸਨ, ਤਿੰਨਾਂ ਦੀ ਯਾਦ ਵੀ ਆਪ ਜੀ ਮਨਾ ਰਹੇ ਹੋ। ਔਰ ਨਾਲ ਨਾਲ ਜੋ ਦਿਹਾੜੇ ਚੱਲਦੇ ਹੈ, ਜੋ ਦਿਹਾੜੇ ਚੱਲਦੇ ਨੇ, ਸ਼੍ਰੀ ਨਨਕਾਣਾ ਸਾਹਿਬ ਜੀ ਦਾ ਸਾਕਾ 20 ਫਰਵਰੀ 1921 ਗੁਰਧਾਮਾਂ ਨੂੰ ਆਜ਼ਾਦ ਕਰਾਉਣ ਵਾਸਤੇ, ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਬੇਅੰਤ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ। ਉਹ ਜ਼ਿਕਰ ਆਪ ਜੀ ਦੇ ਚਰਨਾਂ ਵਿੱਚ ਸਮੇਂ 'ਚ ਰਹਿ ਕੇ ਕਰਾਂਗਾ। ਉਸ ਤੋਂ ਪਹਿਲਾਂ ਮਹੀਨੇ ਦਾ ਉਪਦੇਸ਼ ਜੋ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਆ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ, ਸਮਝੀਏ। ਔਰ ਮਹਾਰਾਜ ਨੇ ਇਸ ਮਹੀਨੇ ਦੇ ਵਿੱਚ ਸਾਨੂੰ ਕੀ ਬਖਸ਼ਿਸ਼ ਕੀਤੀ ਹੈ, ਬੜੇ ਪਿਆਰ ਨਾਲ ਆਪ ਜੀ ਨੇ ਸਰਵਣ ਕਰਨਾ ਔਰ ਸਮਝਣ ਦਾ ਯਤਨ ਕਰਨਾ ਜੀ। ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ। ਮਹਾਰਾਜ ਕਹਿੰਦੇ ਚੇਤ ਦੇ ਮਹੀਨੇ ਦੇ ਵਿੱਚ ਜੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੀ ਬੰਦਗੀ ਦੀ ਸਿਮਰਨ ਦੀ ਹਾਜ਼ਰੀ ਲਾਈਏ, ਉਸ ਪਰਮਾਤਮਾ ਦੇ ਦਰ ਦੇ ਉੱਤੇ ਨਾਮ ਜਪ ਕੇ ਸਿਮਰਨ ਕਰਕੇ ਹਾਜ਼ਰੀ ਭਰੀਏ ਤੇ ਇਸ ਮਨ ਨੂੰ, ਇਸ ਸਰੀਰ ਨੂੰ, ਇਸ ਅੰਦਰ ਦੀ ਅਵਸਥਾ ਨੂੰ ਬੜਾ ਆਨੰਦ ਮਿਲਦਾ ਹੈ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਰਸਨਾ ਦੇ ਨਾਲ ਨਾਮ ਜਪਣ ਦੀ ਦਾਤ ਜੇ ਕਿਤੇ ਉਹ ਮਹਾਰਾਜ ਕਹਿੰਦੇ ਮਿਲੂ ਤੇ ਉਹ ਸੰਤ ਜਨਾਂ ਦੀ ਸੰਗਤ ਵਿੱਚੋਂ ਮਿਲਦੀ ਹੈ। ਸੰਤ ਜਨਾਂ ਮਿਲ ਪਾਈਐ ਰਸਨਾ ਨਾਮ ਭਣਾ। ਜੇ ਜੀਵ ਨਾਲ ਪ੍ਰਮਾਤਮਾ ਦੀ ਆਰਾਧਨਾ ਕਰਨੀ ਹੈ, ਸਿਮਰਨ ਕਰਨਾ ਹੈ, ਬੰਦਗੀ ਕਰਨੀ ਹੈ, ਤੇ ਮਹਾਰਾਜ ਕਹਿੰਦੇ ਇਹ ਸਾਧੂ ਜਨਾਂ ਦੀ, ਸੰਤ ਜਨਾਂ ਦੀ ਸੰਗਤ ਵਿੱਚੋਂ ਦਾਤ ਮਿਲਦੀ ਹੈ। ਤੇ ਮੰਗਣੀ ਵੀ ਇਹੀ ਚਾਹੀਦੀ ਹੈ, ਜਦੋਂ ਗੁਰੂ ਸਾਹਿਬ ਦੇ ਚਰਨਾਂ 'ਚ ਜਾਓ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਜਾਓ, ਇਹ ਬੇਨਤੀ ਕਰਿਆ ਕਰੋ, ਸੱਚੇ ਪਾਤਸ਼ਾਹ ਜੀ ਐ ਮਹਾਂਪੁਰਸ਼ੋ ਸੰਤ ਜਨਾਂ ਮਿਲ ਪਾਈਐ ਰਸਨਾ ਨਾਮ ਭਾਣਾ। ਇਹ ਜੀਵ ਨਾਲ ਨਾਮ ਤਾਂ ਹੀ ਜਪਿਆ ਜਾ ਸਕਦਾ ਹੈ ਜੇ ਰੱਬ ਦੇ ਪਿਆਰੇ ਸਾਧੂ ਜਨ ਸਾਡੇ ਤੇ ਕਿਰਪਾ ਕਰ ਦੇਣ। ਇਸੇ ਕਰਕੇ ਸੰਤਾਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ ਜੁਗਤੀ, ਸਾਧੂਆਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ ਜੁਗਤੀ। ਸੰਤਾਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ ਜੁਗਤੀ, ਸਾਧੂਆਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ ਜੁਗਤੀ। ਸੰਤਾਂ ਦੇ ਜੀਵਨ ਚੋਂ ਜੀਵਨ ਦੀ ਸਿੱਖ ਲੈ ਜੁਗਤੀ, ਸਾਧੂਆਂ ਦੀ ਸੰਗਤ ਤੋਂ ਜੀਵਨ ਦੀ ਸਿੱਖ ਲੈ ਜੁਗਤੀ। ਸਾਧੂਆਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ ਜੁਗਤੀ, ਸਾਧੂਆਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ ਜੁਗਤੀ। ਸੰਤਾਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ ਜੁਗਤੀ, ਸਾਧੂਆਂ ਦੀ ਸੰਗਤ ਤੋਂ
ਜੀਵਨ ਦੀ ਸਿੱਖ ਲੈ ਜੁਗਤੀ ਸੰਤਾਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ ਜੁਗਤੀ ਸਾਧੂਆਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ ਜੁਗਤੀ 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 ਸੰਤਾਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ ਜੁਗਤੀ ਸਾਧੂਆਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ ਜੁਗਤੀ ਸਾਧੂਆਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ ਜੁਗਤੀ ਸਾਧੂਆਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ ਜੁਗਤੀ ਸੰਤਾਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ ਜੁਗਤੀ ਸਾਧੂਆਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ ਜੁਗਤੀ ਉਸ ਪਰਮਾਤਮਾ ਦੇ ਰੱਬ ਦੇ ਪਿਆਰੇ ਸਾਧੂ ਜਨਾਂ ਦੀ ਸੰਗਤ ਵਿੱਚੋਂ ਪਰਮਾਤਮਾ ਦੇ ਨਾਮ ਦੀ ਜੁਗਤੀ ਸਿੱਖੋ। ਮਹਾਰਾਜ ਇਹ ਬਚਨ ਕਰਦੇ ਨੇ ਵੀ ਸਾਧੂਆਂ ਦੀ ਸੰਗਤ ਵਿੱਚੋਂ ਇਹ ਜੁਗਤੀ ਪ੍ਰਾਪਤ ਹੁੰਦੀ ਹੈ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ। ਤੇ ਮਹਾਰਾਜ ਕਹਿੰਦੇ ਇਸ ਸੰਸਾਰ ਵਿੱਚ ਆਇਆ ਉਹੀ ਗਿਣਿਆ ਜਾਂਦਾ ਜਿਨ ਪ੍ਰਮਾਤਮਾ ਦੇ ਨਾਮ ਨੂੰ ਪ੍ਰਾਪਤ ਕੀਤਾ ਹੈ। ਦੁਨੀਆ ਬੜੀ ਆਉਂਦੀ ਹੈ ਬੜੀ ਜਾਂਦੀ ਹੈ, ਪਰ ਪ੍ਰਮਾਤਮਾ ਜੀ ਬਚਨ ਕਰਦੇ ਨੇ ਇਸ ਸੰਸਾਰ ਵਿੱਚ ਆਇਆ ਉਹਦਾ ਗਿਣਿਆ ਜਾਂਦਾ ਹੈ ਜਿਹੜਾ ਆਪਣੇ ਜੀਵਨ ਨੂੰ ਨਾਮ ਜਪ ਕੇ ਸਫਲਾ ਕਰੇ ਜੀ। ਇੱਕ ਖਿਣ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਇੱਕ ਖਿਣ ਤਿਸ ਬਿਨ ਜੀਵਣਾ, ਜੇ ਉਸ ਪਰਮਾਤਮਾ ਨੂੰ ਭੁੱਲ ਕੇ ਇੱਕ ਖਿਣ ਵੀ ਜੀਵਨ ਜੀਣਾ ਹੈ, ਉਹ ਪਰਮਾਤਮਾ ਦੀ ਯਾਦ ਵਿੱਚ ਨਹੀਂ ਤੇਰੇ ਜੀਵਨ ਦੇ, ਫਿਰ ਮਹਾਰਾਜ ਕਹਿੰਦੇ ਇਸ ਸੰਸਾਰ ਵਿੱਚ ਆਇਆ ਤੇਰਾ ਬਿਰਥਾ ਹੈ। ਇੱਥੇ ਆਇਆ ਤੇਰਾ ਕਿਸੇ ਕੰਮ ਨਹੀਂ, ਜਿੰਨਾ ਚਿਰ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੂੰ ਇਸ ਧਰਤੀ ਤੇ ਜੀਣਾ ਹੈ ਤੇਰਾ ਜਨਮ ਬਿਰਥਾ ਹੋ ਜਾਂਦਾ ਹੈ। ਇਸੇ ਨੂੰ ਬਾਣੀ ਦੇ ਵਿੱਚ ਮਹਾਰਾਜ ਫਿਰ ਫਰਮਾਨ ਕਰਦੇ ਨੇ, ਬਿਰਥਾ ਜਨਮ ਗਵਾਇਆ ਇਸ ਮਨ ਅੰਦਰਲੇ 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 ਨੇ। ਗੁਣ ਗੋਬਿੰਦ ਨਹੀਂ ਗਾਇਆ ਇਸ ਮਨ ਅੰਦਰਲੇ ਨੇ, 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 ਗੁਣ ਗੋਬਿੰਦ ਨਹੀਂ ਗਾਇਆ ਇਸ ਮਨ ਅੰਦਰਲੇ ਨੇ। ਬਿਰਥਾ ਜਨਮ ਗਵਾਇਆ ਬਿਰਥਾ ਜਨਮ ਗਵਾਇਆ, ਬਿਰਥਾ ਜਨਮ ਗਵਾਇਆ ਬਿਰਥਾ ਜਨਮ ਗਵਾਇਆ, ਜੀ ਬਿਰਥਾ ਜਨਮ ਗਵਾਇਆ ਬਿਰਥਾ ਜਨਮ ਗਵਾਇਆ। ਗੁਣ ਗੋਬਿੰਦ ਨਹੀਂ ਗਾਇਆ ਗੁਣ ਗੋਬਿੰਦ ਨਹੀਂ ਗਾਇਆ, ਗੁਣ ਗੋਬਿੰਦ ਨਹੀਂ ਗਾਇਆ ਗੁਣ ਗੋਬਿੰਦ ਨਹੀਂ ਗਾਇਆ,
ਇਸ ਮਨ ਅੰਦਲੇ ਨੇ ਬਿਰਥਾ ਜਨਮ ਗਵਾਇਆ, 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 ਇਸ ਮਨ ਅੰਦਲੇ ਨੇ। ਮਹਾਰਾਜ ਕਹਿੰਦੇ ਜਿਹੜੇ ਬੰਦੇ ਨੇ ਜਨਮ ਨਾਮ ਤੋਂ ਬਿਨਾਂ ਗਵਾਇਆ ਉਹ ਬਿਰਥਾ ਹੈ। ਜਲ ਥਲ ਮਹੀਲ ਭੂਰਿਆ, ਰਵਿਆ ਵਿੱਚ ਵੜਾ। ਜਲ ਥਲ ਮਹੀਲ ਪੂਰਿਆ, ਕਹਿੰਦੇ ਜਿਹੜਾ ਪ੍ਰਮਾਤਮਾ ਜਲ ਵਿੱਚ ਹੈ, ਧਰਤੀ ਵਿੱਚ ਹੈ, ਕਣ ਕਣ ਵਿੱਚ ਵਸਦਾ ਹੈ, ਜਿਹੜਾ ਜੰਗਲਾਂ ਦੇ ਵਿੱਚ ਵਸਦਾ ਹੈ, ਜਿਹੜਾ ਪ੍ਰਮਾਤਮਾ ਹਰ ਇੱਕ ਥਾਂ ਵਸਦਾ ਹੈ। ਸੋ ਪ੍ਰਭ ਚਿਤ ਨ ਆਵਈ, ਕਿਤੜਾ ਦੁਖ ਗਣਾ। ਜਿਹੜਾ ਪ੍ਰਮਾਤਮਾ ਕਣ ਕਣ ਵਿੱਚ ਵਸਦਾ ਹੈ, ਮਹਾਰਾਜ ਕਹਿੰਦੇ ਜੇ ਉਹ ਪ੍ਰਭੂ ਬੰਦੇ ਦੇ ਅੰਦਰ ਹਿਰਦੇ ਦੇ ਵਿੱਚ ਸਿਮਰਿਆ ਨਾ ਜਾਵੇ ਤੇ ਬੰਦੇ ਨੂੰ ਉਸ ਪ੍ਰਮਾਤਮਾ ਦੀ ਕਦੇ ਯਾਦ ਨਾ ਆਵੇ, ਕਹਿੰਦੇ ਉਸ ਬੰਦੇ ਦੀ ਮਾਨਸਿਕ, ਉਸ ਬੰਦੇ ਦੇ ਹਿਰਦੇ ਦਾ ਦੁੱਖ ਕੋਈ ਬੰਦਾ ਦੱਸ ਨਹੀਂ ਸਕਦਾ। ਭਾਵੇਂ ਪੈਸਾ ਬੜਾ ਹੋਵੇ, ਭਾਵੇਂ ਸੁੱਖਾਂ ਦੇ ਸਾਧਨ ਬਹੁਤ ਹੋਣ, ਪਰ ਜੇ ਪ੍ਰਮਾਤਮਾ ਦਾ ਨਾਮ ਨਹੀਂ ਤੇ ਅਰਬਾਂ ਖਰਬਾਂ ਪਤੀ ਹੁੰਦਾ ਵੀ ਮਹਾਰਾਜ ਕਹਿੰਦੇ ਤੜਫਦਾ ਰਹਿੰਦਾ ਹੈ। ਮਨ ਨੂੰ ਸ਼ਾਂਤੀ ਨਹੀਂ ਆਉਂਦੀ ਜਿਤਨਾ ਚਿਰ ਉਸ ਪ੍ਰਮਾਤਮਾ ਦੇ ਨਾਮ ਨਾਲ ਜੁੜਦਾ ਨਹੀਂ ਹੈ। ਜਿੰਨੀ ਰਾਵਿਆ ਸੋ ਪ੍ਰਭੂ, ਤਿਨਾ ਭਾਗ ਮਣਾ। ਜਿਨ੍ਹਾਂ ਬੰਦਿਆਂ ਨੇ ਉਸ ਪ੍ਰਭੂ ਪ੍ਰਮਾਤਮਾ ਨੂੰ ਆਪਣੇ ਹਿਰਦੇ 'ਚ ਵਸਾਇਆ ਹੈ, ਆਪਣੇ ਅੰਦਰ ਧਿਆਇਆ ਹੈ, ਉਸ ਅਕਾਲ ਪੁਰਖ ਨੂੰ ਧਿਆਉਣ ਵਾਲੇ ਉਹ ਇਨਸਾਨ, ਉਹਨਾਂ ਦੇ ਭਾਗ ਬੜੇ ਚੰਗੇ ਨੇ, ਉਹਨਾਂ ਦਾ ਅੰਦਰ ਦਾ ਹਿਰਦਾ ਸ਼ੁੱਧ ਹੁੰਦਾ ਹੈ ਤੇ ਜਿਹੜੇ ਨਾਮ ਜਪਦੇ ਨੇ ਉਹ ਵੱਡਿਆਂ ਭਾਗਾਂ ਵਾਲੇ ਨੇ ਜੀ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਕਹਿੰਦੇ ਅਕਾਲ ਪੁਰਖ ਪ੍ਰਮਾਤਮਾ ਉਸ ਵਾਹਿਗੁਰੂ ਪਰਮੇਸ਼ਰ ਦੇ ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਗੁਰੂ ਨਾਨਕ ਮਹਾਰਾਜ ਨੂੰ ਸੰਬੋਧਨ ਕਰਕੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲਿਖਦੇ ਹੈ ਕਿ ਮੇਰਾ ਵੀ ਮਨ ਉਸ ਪ੍ਰਮਾਤਮਾ ਦੇ ਦਰਸ਼ਨਾਂ ਨੂੰ ਲੋਚਦਾ ਹੈ, ਮੇਰੇ ਹਿਰਦੇ ਵਿੱਚ ਵੀ ਉਸ ਪ੍ਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੈ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਏ ਲਗਾ। ਤੇ ਚੇਤ ਦੇ ਮਹੀਨੇ 'ਚ ਜਿਹੜਾ ਮਨੁੱਖ, ਜਿਹੜਾ ਕੋਈ ਰੱਬ ਦਾ ਪਿਆਰਾ ਮੈਨੂੰ ਅਕਾਲ ਪੁਰਖ ਦੇ ਚਰਨਾਂ ਨਾਲ ਜੋੜ ਦਵੇ, ਮੈਂ ਉਹਦੇ ਆਪਣੇ ਆਪ ਨੂੰ ਚਰਨਾਂ 'ਚ ਭੇਟ ਕਰ ਦਿਆਂਗਾ, ਉਹਦੇ ਪੈਰੀਂ ਪਵਾਂਗਾ, ਉਹਦੇ ਚਰਨੀ ਲੱਗਾਂਗਾ। ਜਿਹੜਾ ਕੋਈ ਮੈਨੂੰ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਘਰ ਨਾਲ ਜੋੜ ਦਵੇ। ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਜਹ ਮਿਲ ਕੰਤ ਪਛਾਣਾ। ਕੋਈ ਇਦਾਂ ਦਾ ਵਿਚੋਲਾ ਮਿਲੇ ਜਿਹੜਾ ਮੈਨੂੰ ਉਸ ਪ੍ਰਮਾਤਮਾ ਦੇ ਚਰਨਾਂ ਨਾਲ, ਅਕਾਲ ਪੁਰਖ ਦੇ ਘਰ ਨਾਲ ਜੋੜ ਦਵੇ। ਤੇ ਬਾਣੀ ਦਾ ਫਰਮਾਨ ਹੈ, ਮਹਾਰਾਜ ਬਚਨ ਕਰਦੇ ਨੇ, ਕੋਈ ਬਣ ਕੇ ਵਿਚੋਲਾ ਜੀ, ਕੋਈ ਵਿਚੋਲਾ ਬਣੇ ਜਿਹੜਾ ਮੈਨੂੰ ਟੁੱਟੇ ਹੋਏ ਨੂੰ ਪ੍ਰਮਾਤਮਾ ਦੇ ਚਰਨਾਂ ਨਾਲ ਜੋੜੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਪ੍ਰਭੂ ਮਿਲਾਵੇ। ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾ ਦੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾ ਦੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ।
ਵਿਛੜੇ ਨੂੰ ਗੁਰੂ ਮਿਲਾਵੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾ ਦੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾ ਦੇ। ਵਿਛੜੇ ਨੂੰ ਗੁਰੂ ਮਿਲਾਵੇ, ਵਿਛੜੇ ਨੂੰ ਗੁਰੂ ਮਿਲਾਵੇ। ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ। ਵਿਛੜੇ ਨੂੰ ਗੁਰੂ ਮਿਲਾਵੇ। ਮੈਨੂੰ ਵਿਛੜੇ ਨੂੰ ਗੁਰੂ ਮਿਲਾ ਦੇ। ਮੈਨੂੰ ਵਿਛੜੇ ਨੂੰ ਗੁਰੂ ਮਿਲਾ ਦੇ। ਵਿਛੜੇ ਨੂੰ ਗੁਰੂ ਮਿਲਾਵੇ, ਵਿਛੜੇ ਨੂੰ ਗੁਰੂ ਮਿਲਾਵੇ। ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ। ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ। ਮੈਨੂੰ ਵਿਛੜੇ ਨੂੰ ਗੁਰੂ ਮਿਲਾ ਦੇ। ਮੈਨੂੰ ਵਿਛੜੇ ਨੂੰ ਗੁਰੂ ਮਿਲਾ ਦੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ। ਬਣ ਕੇ ਵਿਚੋਲਾ ਜੀ ਵਿਛੜੇ ਨੂੰ ਗੁਰੂ ਮਿਲਾਵੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ। ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾ ਦੇ। ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾ ਦੇ। ਕੋਈ ਐਸਾ ਰੱਬ ਦਾ ਪਿਆਰਾ ਮਿਲੇ ਮੈਂ ਉਹਦੇ ਚਰਨਾਂ ਵਿੱਚ ਆਪਣਾ ਆਪ ਭੇਟ ਕਰਦੇ ਹਾਂ। ਮਹਾਰਾਜ ਨੇ ਕਿਰਪਾ ਕੀਤੀ ਹੈ ਇਸ ਮਹੀਨੇ ਦੇ ਉਪਦੇਸ਼ ਵਿੱਚ। ਆਓ ਸਮੇਂ 'ਚ ਰਹਿ ਕੇ ਬੇਨਤੀ ਕਰਾਂ, ਜੋ ਦਿਹਾੜੇ ਵੀ ਚੱਲ ਰਹੇ ਨੇ। ਸਾਕਾ ਨਨਕਾਣਾ ਸਾਹਿਬ 1921 ਈਸਵੀ ਦੇ ਵਿੱਚ ਜੋ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਵਾਸਤੇ ਬੇਅੰਤ ਸਿੰਘਾਂ ਦੀਆਂ 12 ਸਾਲ ਦੇ ਬੱਚੇ ਤੱਕ ਦੀਆਂ ਸ਼ਹਾਦਤਾਂ ਹੋਈਆਂ। ਮੈਂ ਬੇਨਤੀ ਤੁਹਾਡੇ ਚਰਨਾਂ 'ਚ ਕਰਦਾ ਕਿ ਸਾਡਾ ਬਹੁਤ ਪੁਰਾਣਾ ਇਤਿਹਾਸ ਨਹੀਂ ਹੈ। 1921 ਇੱਕ ਸਦੀ ਹੋਈ ਹੈ। ਬੇਨਤੀ ਕਰਾਂ ਕਿਵੇਂ ਉਹ ਸਾਕਾ ਵਰਤਿਆ। ਰਾਏ ਭੋਏ ਦੀ ਤਲਵੰਡੀ ਜਿੱਥੇ ਗੁਰੂ ਨਾਨਕ ਮਹਾਰਾਜ ਨੇ 1469 ਦੇ ਵਿੱਚ ਪ੍ਰਕਾਸ਼ ਲਿਆ ਤੇ ਉਸ ਧਰਤੀ ਦਾ ਮਾਲਕ ਸੀ ਰਾਏ ਬੁਲਾਰ। ਉਹਦੇ ਪਿਤਾ ਦੇ ਨਾਮ ਤੇ ਉਹ ਧਰਤੀ ਸੀ ਰਾਏ ਭੋਏ ਦੀ ਤਲਵੰਡੀ ਤੇ ਬਜ਼ੁਰਗ ਸੀ ਰਾਏ ਬੁਲਾਰ, ਬਜ਼ੁਰਗ ਹੋ ਚੁੱਕਾ ਸੀ। ਉਹਦੇ ਪਿਤਾ ਦੇ ਨਾਮ ਤੇ ਉਹ ਧਰਤੀ ਸੀ ਰਾਏ ਭੋਏ ਦੀ ਤਲਵੰਡੀ। ਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਪਸ਼ੂ ਚਾਰਨ ਜਾਂਦੇ ਸਨ, ਇੱਕ ਦਰਖਤ ਹੇਠਾਂ ਸੁਤੇ ਸਿੱਧ ਆਰਾਮ ਕਰਦੇ ਨੇ ਤੇ ਸੱਪ ਨੇ ਛਾਂ ਕੀਤੀ ਸੀ। ਤੇ ਰਾਏ ਬੁਲਾਰ ਨੇ ਜਦੋਂ ਉਹ ਕੌਤਕ ਦੇਖਿਆ, ਉਸੇ ਦਿਨ ਤੋਂ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦਾ ਪ੍ਰੇਮੀ ਰਾਏ ਬੁਲਾਰ ਬਣਿਆ। ਪਤਾ ਲੱਗਿਆ ਰਾਏ ਬੁਲਾਰ ਨੂੰ ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਸ਼੍ਰੀ ਕਲਿਆਣ ਚੰਦ ਮਹਿਤਾ ਜੀ, ਉਹਨਾਂ ਨੇ 20 ਰੁਪਏ ਦੇ ਬਦਲੇ ਗੁਰੂ ਨਾਨਕ ਮਹਾਰਾਜ ਦੇ ਮੁਖ ਤੇ ਚਪੇੜਾਂ ਵੀ ਮਾਰੀਆਂ। ਤੇ ਰਾਏ ਬੁਲਾਰ ਨੇ ਬੁਲਾਇਆ ਪਟਵਾਰੀ ਸਾਹਿਬ ਨੂੰ, ਕਲਿਆਣ ਚੰਦ ਮਹਿਤਾ ਜੀ ਨੂੰ ਬੁਲਾਇਆ ਤੇ ਬਚਨ ਕਰਦੇ ਨੇ, ਕਹਿੰਦੇ ਪਟਵਾਰੀ ਸਾਹਿਬ, ਤੇਰੇ ਘਰ ਵਿੱਚ ਪੈਦਾ ਹੋਣ ਵਾਲਾ ਪੁੱਤਰ ਕੋਈ ਆਮ ਨਹੀਂ ਹੈ। ਕਿਉਂਕਿ ਦਰਸ਼ਨ ਕਰ ਲਏ ਸੀ ਰਾਏ ਬੁਲਾਰ ਨੇ। ਅੱਜ ਤੋਂ ਬਾਅਦ ਤੇਰਾ ਕੋਈ ਵੀ ਨੁਕਸਾਨ ਹੋਵੇ, ਗੁਰੂ ਨਾਨਕ ਤੱਕ ਤੂੰ ਕਦੇ ਵੀ ਨਾ ਚਪੇੜ ਮਾਰਨੀ, ਨਾ ਕਦੇ ਗੁੱਸਾ ਕਰਨਾ, ਨਾ ਕੋਈ ਅਪਸ਼ਬਦ ਬੋਲਣਾ ਹੈ। ਜਿਹੜਾ ਤੇਰਾ ਨੁਕਸਾਨ ਹੋਵੇ ਮੇਰੇ ਕੋਲੋਂ ਲੈ ਜਿਆ ਕਰ। ਆਖੋ ਸਤਨਾਮ ਵਾਹਿਗੁਰੂ ਜੀ। ਸਤਨਾਮ ਜੀ ਵਾਹਿਗੁਰੂ ਜੀ। ਕਦੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਈ ਵੀ ਨੁਕਸਾਨ ਹੋ ਜਾਏ ਉਹਨਾਂ ਦੇ, ਤੇਰੇ ਅੱਖਾਂ ਦੇ ਵਿੱਚ ਨੁਕਸਾਨ ਹੋਏਗਾ। ਉਹ ਤੇ ਜੋ ਕਰਨਗੇ ਆਪਣੇ ਮੌਜ ਵਿੱਚ ਕਰਨਗੇ, ਪਰ ਕਦੇ ਵੀ ਗੁਰੂ ਨਾਨਕ ਮਹਾਰਾਜ ਨੂੰ ਅਪਸ਼ਬਦ ਨਹੀਂ ਬੋਲਣਾ। ਜੇ ਕੋਈ ਘਾਟਾ ਪਵੇ ਮੇਰੇ ਕੋਲੋਂ ਆ ਕੇ ਲੈ ਲਿਆ ਕਰ। ਤੇ ਇੱਥੇ ਮੈਂ ਬੇਨਤੀ ਤੁਹਾਡੇ ਚਰਨਾਂ 'ਚ ਕਰਾਂ, 1500 ਮੁਰੱਬੇ ਦਾ ਮਾਲਕ ਸੀ ਰਾਏ ਬੁਲਾਰ, ਤੇ ਰਾਏ ਬੁਲਾਰ ਨੇ 750 ਮੁਰੱਬਾ ਗੁਰੂ ਨਾਨਕ ਮਹਾਰਾਜ ਦੇ ਨਾਮ ਕਰਾਇਆ ਸੀ। ਅੱਜ ਵੀ
ਪਾਕਿਸਤਾਨ ਦੇ ਵਿੱਚ ਉਹ ਜ਼ਮੀਨ ਗੁਰੂ ਨਾਨਕ ਮਹਾਰਾਜ ਦੇ ਨਾਮ ਤੇ ਬੋਲਦੀ ਹੈ। ਕੁਝ ਸਾਲ ਪਹਿਲਾਂ ਰਾਏ ਬੁਲਾਰ ਦੇ ਗਾਂਹ ਤੋਂ ਗਾਂਹ ਪਰਿਵਾਰਾਂ ਨੇ, ਭੱਟੀ ਪਰਿਵਾਰ, ਉਹਨਾਂ ਨੇ ਕੇਸ ਕੀਤਾ ਸੀ, ਲੋਅਰ ਕੋਰਟ ਦੇ ਵਿੱਚ ਕੇਸ ਕੀਤਾ ਵੀ ਇਹ ਜ਼ਮੀਨ ਸਾਡੇ ਨਾਂ ਚੜ੍ਹਨੀ ਚਾਹੀਦੀ ਹੈ। ਸਾਡੇ ਬਜ਼ੁਰਗਾਂ ਨੇ ਗੁਰੂ ਨਾਨਕ ਮਹਾਰਾਜ ਦੇ ਨਾਮ ਕਰਾਈ ਹੈ, ਪਰ ਇਹ ਜ਼ਮੀਨ ਦੀ ਮਲਕੀਅਤ ਸਾਨੂੰ ਚਾਹੀਦੀ ਹੈ। ਉਹਦੇ ਚੋਂ ਕੇਸ ਸਾਰੇ ਫਿਰ ਸੈਸ਼ਨ ਵਿੱਚ ਗਿਆ, ਉੱਥੋਂ ਹਾਰੇ, ਹਾਈ ਕੋਰਟ ਗਿਆ। ਹਾਈ ਕੋਰਟ ਚੋਂ ਵੀ ਕੇਸ ਹਾਰ ਕੇ ਜਦੋਂ ਸੁਪਰੀਮ ਕੋਰਟ ਗਿਆ, ਜਿੱਦਣ ਫੈਸਲਾ ਸੀ ਉਸ ਜ਼ਮੀਨ ਤੇ ਸੁਪਰੀਮ ਕੋਰਟ ਦਾ ਜੱਜ ਉਸ ਪਰਿਵਾਰਾਂ ਨੂੰ ਕਹਿੰਦਾ ਸ਼ਾਮ ਨੂੰ 4 ਵਜੇ ਮੈਂ ਫੈਸਲਾ ਦੇਣਾ ਹੈ, ਹਜੇ ਵੀ ਤੁਹਾਡੇ ਕੋਲ ਸਮਾਂ, ਕੇਸ ਵਾਪਸ ਲੈ ਲਓ। ਆਖੋ ਸਤਨਾਮ ਵਾਹਿਗੁਰੂ ਜੀ। ਹਜੇ ਵੀ ਤੁਹਾਡੇ ਕੋਲ ਸਮਾਂ, ਕੇਸ ਵਾਪਸ ਲੈ ਲਓ, ਨਹੀਂ ਤੇ 4 ਵਜੇ ਤਾਂ ਮੈਂ ਫੈਸਲਾ ਸੁਣਾਉਣਾ। ਤੇ ਪਰਿਵਾਰਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਸਾਡੇ ਹੱਕ 'ਚ ਤਾਂ ਹੁੰਦਾ ਨਹੀਂ, ਕਿਉਂਕਿ ਜਦੋਂ ਜੱਜ ਸਾਹਿਬ ਨੇ ਕਹਿਤਾ ਵੀ 4 ਵਜੇ ਮੈਂ ਫੈਸਲਾ ਸੁਣਾਉਣਾ ਹੈ, ਉਸ ਤੋਂ ਪਹਿਲਾਂ ਭੁੱਲ ਬਖਸ਼ਾ ਲਓ, ਕੇਸ ਵਾਪਸ ਲੈ ਲਓ, ਜ਼ਿਆਦਾ ਚੰਗਾ ਹੈ। ਤੇ ਅੰਦਾਜ਼ਾ ਲੱਗ ਗਿਆ ਸੀ ਵੀ ਇਹ ਕੇਸ ਜਿਹੜਾ ਹੈ ਸਾਡੇ ਹੱਕ 'ਚ ਤਾਂ ਹੁੰਦਾ ਨਹੀਂ। ਉਹਨਾਂ ਨੇ ਬੇਨਤੀ ਕੀਤੀ, ਜੱਜ ਸਾਹਿਬ ਸਲਾਹ ਕੀਤੀ, ਬੇਨਤੀ ਕੀਤੀ, ਜੱਜ ਸਾਹਿਬ ਅਸੀਂ ਆਪਣਾ ਕੇਸ ਵਾਪਸ ਲੈਨੇ, ਜ਼ਮੀਨ ਗੁਰੂ ਨਾਨਕ ਦੇ ਨਾਮ ਤੇ ਹੀ ਰਹੇਗੀ। ਅੱਜ ਵੀ ਜ਼ਮੀਨ ਗੁਰੂ ਨਾਨਕ ਮਹਾਰਾਜ ਦੇ ਨਾਮ ਤੇ ਹੈ, ਪਟੇ ਹੁੰਦੇ ਨੇ, ਰਜਿਸਟਰੀ ਕੋਈ ਨਹੀਂ ਕਰਾ ਸਕਦਾ। ਤੋਂ 750 ਮਰਬਾ ਗੁਰੂ ਨਾਨਕ ਮਹਾਰਾਜ ਦੇ ਨਾਮ ਰਾਏ ਬੁਲਾਰ ਨੇ ਕਰਾਇਆ ਸੀ। ਤੇ ਉਦਣ ਤੋਂ ਬਚਨ ਕਰਤਾ ਸੀ ਕਿ ਇਹ ਰਾਏ ਭੋਏ ਦੀ ਤਲਵੰਡੀ ਨਹੀਂ, ਇਹ ਨਾਨਕ ਆਣਾ, ਜਿਹਨੂੰ ਨਨਕਾਣਾ ਸਾਹਿਬ ਕਹਿੰਦੇ ਆ, ਬਈ ਇਹ ਮੇਰਾ ਗੁਰੂ ਨਾਨਕ ਇਸ ਧਰਤੀ ਤੇ ਆਇਆ, ਅੱਜ ਤੋਂ ਇਹ ਧਰਤੀ ਨਾਨਕਾਣਾ। ਵੈਸੇ ਜੇ ਸ਼ੁੱਧ ਨਾਮ ਪੜ੍ਹੀਏ ਤੇ ਨਾਨਕ ਆਣਾ, ਵੀ ਜੇ ਇਸ ਧਰਤੀ ਤੇ ਨਾਨਕ ਜੀ ਆਏ ਤੇ ਸਿੱਧਾ ਬੋਲਿਆ ਜਾਂਦਾ ਨਨਕਾਣਾ। ਗੁਰੂ ਨਾਨਕ ਮਹਾਰਾਜ ਦੇ ਨਾਮ ਤੇ ਉਹ ਧਰਤੀ ਦਾ ਨਾਮ ਰੱਖ ਦਿੱਤਾ, ਉਸ ਇਲਾਕੇ ਦਾ ਨਾਮ ਰੱਖਤਾ। ਤੇ ਉਸੇ ਗੁਰੂ ਨਾਨਕ ਮਹਾਰਾਜ ਦੇ ਜਨਮ ਸਥਾਨ ਤੇ, ਜਿੱਥੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੀ 10ਵੀਂ ਜੋਤ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੱਚਖੰਡ ਜਾਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਦੋਂ ਰਾਜ ਆਇਆ, ਬਹੁਤ ਵੱਡਾ ਪੰਜਾਬ ਸੀ ਉਸ ਵੇਲੇ। ਇਧਰੋਂ ਅਫਗਾਨਿਸਤਾਨ ਤੱਕ ਪੰਜਾਬ ਲੱਗਦਾ ਸੀ, ਇਧਰੋਂ ਗੰਗਾ ਨਗਰ ਰਾਜਸਥਾਨ ਵੀ ਪੰਜਾਬ 'ਚ ਹੀ ਸੀ, ਇਧਰੋਂ ਹਿਮਾਚਲ ਚੰਬੇ ਤੱਕ ਪੰਜਾਬ ਸੀ, ਇਧਰੋਂ ਦਿੱਲੀ ਵੀ ਪੰਜਾਬ ਦੇ ਵਿੱਚ ਸੀ। ਐਡਾ ਵੱਡਾ ਪੰਜਾਬ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਤੇ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਗੁਰੂ ਘਰਾਂ ਦੀ ਸੇਵਾ ਵੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਾਈ। ਸਮਾਂ ਬੀਤਦਾ ਗਿਆ, ਖਾਲਸਾ ਰਾਜ ਖਤਮ ਹੋਇਆ, ਸਿੰਘ ਜੰਗਲਾਂ 'ਚ ਰਹਿਣ ਲੱਗ ਗਏ, ਕਿਉਂਕਿ ਮੁਗਲ ਫੌਜ ਦੇਖਦੀ ਸੀ ਜਿੱਥੇ ਵੀ ਸਿੰਘ ਹੁੰਦੇ ਸੀ ਉਹਨਾਂ ਨੂੰ ਨਾਲ ਦੀ ਨਾਲ ਸ਼ਹੀਦ ਕਰ ਦਿੱਤਾ ਜਾਂਦਾ ਸੀ। ਸਿੰਘਾਂ ਨੂੰ ਜੰਗਲਾਂ 'ਚ ਰਹਿਣਾ ਪਿਆ, ਘੋੜਿਆਂ ਦੀਆਂ ਕਾਠੀਆਂ ਤੇ ਆਰਾਮ ਕਰਦੇ ਨੇ। ਤੇ ਜਦੋਂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਮਹੰਤ ਜਨਾਂ ਕੋ ਆਏ, ਮਹੰਤਾਂ ਨੇ ਗੁਰੂ ਘਰਾਂ ਦਾ ਪ੍ਰਬੰਧ ਸੰਭਿਆ। ਤੇ ਜਿਹੜਾ ਨਰੈਣੂ ਮਹੰਤ ਹੈ, ਜਿਹਨੂੰ 1917 ਦੇ ਵਿੱਚ ਨਨਕਾਣਾ ਸਾਹਿਬ ਦਾ ਪ੍ਰਬੰਧ ਸੰਭਿਆ, ਉਸ ਤੋਂ ਪਹਿਲਾਂ ਇਸ ਨਰੈਣੂ ਮਹੰਤ ਦਾ ਗੁਰੂ, ਇਹ ਤੋਂ ਵੱਡਾ, ਉਹ ਵੀ ਗੁਰੂ ਨਾਨਕ ਮਹਾਰਾਜ ਦੇ ਘਰ ਦਾ ਮਹੰਤ ਸੀ, ਕੁਕਰਮੀ ਸੀ, ਸ਼ਰਾਬਾਂ ਪੀਂਦੇ ਸਨ, ਮਾਸ ਖਾਂਦੇ ਸਨ। ਤਰਨ ਤਾਰਨ ਸਾਹਿਬ ਜੀ ਦੇ ਸਰੋਵਰ ਵਿੱਚ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਠੰਡੀਆਂ ਕਰਕੇ ਪੀਂਦੇ ਹੁੰਦੇ ਸੀ। ਐਡਾ ਕੁਕਰਮ ਹੋਣ ਲੱਗਾ, ਮਨਮਤ ਹੋਣ ਲੱਗੀ ਕਿ ਨਰੈਣੂ ਮਹੰਤ ਦਾ ਗੁਰੂ 1917 ਵਿੱਚ ਚੜ੍ਹਾਈ ਕਰ ਗਿਆ। ਤੇ 1917 ਵਿੱਚ ਨਰੈਣੂ ਮਹੰਤ ਨੇ ਗੁਰੂ ਨਾਨਕ ਮਹਾਰਾਜ ਦੇ ਘਰ ਦਾ ਸੇਵਾ ਨੂੰ ਸੰਭਾਲਿਆ। ਤੇ ਉਦਣ ਇਹ ਮੰਨਿਆ ਲਿਖਤੀ ਕਿ ਮੇਰਾ ਗੁਰੂ ਜਿਹੜੀ ਮਨਮਤ ਕਰਦਾ ਸੀ, ਮੈਂ ਗੁਰਮਤ ਵਿੱਚ ਰਹਿ ਕੇ ਚੱਲਾਂਗਾ। ਇਨ ਵਾਅਦੇ ਕੀਤੇ, ਮਤੇ ਪਾਏ ਗਏ ਵੀ ਜਿੰਨਾ ਟਾਈਮ ਵੀ ਬੀਤੇਗਾ ਮੈਂ ਗੁਰੂ ਦੀ ਮੱਤ 'ਚ ਰਹਿ ਕੇ ਚੱਲਾਂਗਾ, ਮੈਂ ਕੋਈ ਮਨਮਤ ਨਹੀਂ ਕਰਾਂਗਾ। ਨਰੈਣੂ ਮਹੰਤ ਨੇ ਸੇਵਾ ਸੰਭਾਲਣ ਤੋਂ ਬਾਅਦ ਕੁਕਰਮ ਕਰਨੇ ਆਰੰਭ ਕੀਤੇ।
ਇਹਨੇ 2 ਬੀਬੀਆਂ ਰੱਖੀਆਂ ਸਨ, ਇੱਕ ਲਾਹੌਰ ਵਿੱਚ, ਇੱਕ ਨਨਕਾਣਾ ਸਾਹਿਬ। ਸ਼ਰਾਬੀ ਸੀ, ਕਬਾਬੀ ਸੀ, ਰੱਜ ਕੇ ਕੁਕਰਮੀ ਸੀ ਤੇ ਗੁਰੂ ਘਰ ਦੇ ਅੰਦਰ ਧੀਆਂ ਭੈਣਾਂ ਦੀ ਪੱਤ ਰੋਲਦਾ ਹੁੰਦਾ ਸੀ। ਆਖੋ ਸਤਨਾਮ ਵਾਹਿਗੁਰੂ ਜੀ। 2 ਘਟਨਾਵਾਂ ਹੋਈਆਂ। 2 ਘਟਨਾਵਾਂ ਨੇ ਸਿੱਖ ਧਰਮ ਦਾ ਹਿਰਦਾ ਬਲੂੰਦਰਿਆ। ਉਹ 2 ਘਟਨਾਵਾਂ ਕਿਹੜੀਆਂ ਸਨ? ਨਰੈਣੂ ਮਹੰਤ ਦਾ ਪ੍ਰਬੰਧ ਸੀ, ਅੰਗਰੇਜ਼ ਸਰਕਾਰ ਦਾ ਨਾਲ ਹਮਾਇਤ ਸੀ, ਸਿਕਿਉਰਿਟੀ ਮਿਲੀ ਹੋਈ ਸੀ, ਕੁਛ ਆਪਣੇ ਗੁੰਡੇ ਵੀ ਰੱਖੇ ਹੋਏ ਸੀ। ਨਰੈਣੂ ਮਹੰਤ ਨੇ ਗੁਰੂ ਘਰ ਦਾ ਪ੍ਰਬੰਧ ਸਾਂਭਣਾ, ਜਿੰਨਾ ਚੜਾਵਾ ਚੜ੍ਹਨਾ ਉਹਨਾਂ ਐਸ਼ ਪ੍ਰਸਤੀ ਕਰਨੀ। 2 ਘਟਨਾਵਾਂ ਹੋਈਆਂ। ਇੱਕ ਸਿੰਧੀ ਜੱਜ ਸੀ, ਸਿੰਧ ਦੇ ਇਲਾਕੇ ਦਾ ਜੱਜ ਸੀ ਤੇ ਉਹਨੇ ਅਰਦਾਸ ਕੀਤੀ ਹੋਈ ਸੀ ਕਿ ਗੁਰੂ ਨਾਨਕ ਮਹਾਰਾਜ ਜੀ, ਮੈਂ ਸਾਰੀ ਉਮਰ ਰਿਸ਼ਵਤ ਨਹੀਂ ਲੈਣੀ, ਮੈਂ ਨੌਕਰੀ ਕਰਨੀ ਬੇਦਾਗ ਰਹਿ ਕੇ, ਤੇ ਜਿੱਦਣ ਮੈਂ ਰਿਟਾਇਰ ਹੋਇਆ ਸਭ ਤੋਂ ਪਹਿਲਾਂ ਇੱਕ ਰਾਤ ਤੇਰੇ ਘਰ ਨਨਕਾਣੇ 'ਚ ਰਹਿਣੀ। ਆਖੋ ਸਤਨਾਮ ਵਾਹਿਗੁਰੂ ਜੀ। ਸਾਰੀ ਉਮਰ ਜੱਜ ਨੇ ਕਦੇ ਵੀ ਰਿਸ਼ਵਤ ਨਹੀਂ ਸੀ ਲਈ। ਉਹ ਸਿੰਧ ਦੇ ਜੱਜ ਨੇ ਜਦੋਂ ਰਿਟਾਇਰਮੈਂਟ ਹੋਈ, ਰਿਟਾਇਰਮੈਂਟ ਹੋਣ ਤੋਂ ਬਾਅਦ ਉਹਨਾਂ ਆਪਣੇ ਰਿਸ਼ਤੇਦਾਰ, ਆਪਣੇ ਸਾਕ ਸੰਬੰਧੀ ਆਪਣੇ ਨਾਲ ਲਏ ਤੇ ਰਿਟਾਇਰਮੈਂਟ ਤੋਂ ਬਾਅਦ ਸਿੱਧਾ ਹੀ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਗੁਰੂ ਨਾਨਕ ਮਹਾਰਾਜ ਜੀ ਦਾ, ਉੱਥੇ ਮੱਥਾ ਟੇਕਣ ਪਹੁੰਚੇ ਤੇ ਅਰਦਾਸ ਕੀਤੀ ਸੀ ਕਿ ਬੇਦਾਗ ਮੇਰੀ ਨੌਕਰੀ ਨਿਕਲ ਜਾਵੇ, ਮੈਂ ਪਹਿਲੀ ਰਾਤ ਰਿਟਾਇਰ ਹੋਣ ਤੋਂ ਬਾਅਦ ਤੇਰੇ ਘਰ ਨਨਕਾਣਾ ਸਾਹਿਬ ਰਵਾਂਗਾ। ਕਮਰਾ ਲੈ ਲਿਆ। ਹੁਣ ਰਾਤ ਨੂੰ ਹਨੇਰਾ ਹੈ, ਲਾਈਟਾਂ ਦਾ ਉਦੋਂ ਪ੍ਰਬੰਧ ਨਹੀਂ ਸੀ ਹੁੰਦਾ, ਦੀਵੇ ਬਾਲੇ ਜਾਂਦੇ ਸੀ। ਜਦੋਂ ਰਾਤ ਰੁਕੇ ਕਮਰੇ 'ਚ ਹਨੇਰਾ ਹੈ ਤੇ 12 ਸਾਲ ਦੀ ਧੀ ਸੀ, 12-13 ਸਾਲ ਦੀ ਧੀ ਸੀ ਉਸ ਜੱਜ ਦੀ, ਤੇ ਜੱਜ ਨੇ ਕਿਹਾ ਨਰੈਣੂ ਮਹੰਤ ਦੇ ਸੇਵਾਦਾਰਾਂ ਨੂੰ, ਗੁੰਡਿਆਂ ਨੂੰ, ਕਹਿੰਦੇ ਜੀ ਦੀਵੇ ਵਿੱਚ ਪਾਉਣ ਲਈ ਤੇਲ ਦੇ ਦਿਓ, ਰਾਤ ਨੂੰ ਰੋਸ਼ਨੀ ਹੋ ਜਾਏਗੀ ਕਮਰੇ 'ਚ। ਤੇ ਨਰੈਣੂ ਮਹੰਤ ਦੇ ਚੇਲੇ ਕਹਿੰਦੇ ਨੇ ਆਪਣੀ ਇਸ ਬੱਚੀ ਨੂੰ ਭੇਜੋ, ਅਸੀਂ ਇਹਨੂੰ ਤੇਲ ਦੇ ਦਿੰਨੇ ਆ, ਦੀਵੇ 'ਚ ਪਾ ਲਿਓ, ਫਿਰ ਰਾਤ ਨੂੰ ਰੋਸ਼ਨੀ ਰਹੇਗੀ ਤੁਹਾਡੇ ਕਮਰੇ 'ਚ। ਜੱਜ ਦੀ ਧੀ ਤੇਲ ਲੈਣ ਵਾਸਤੇ ਉਹਨਾਂ ਦੇ ਨਾਲ ਗਈ ਹੈ ਤੇ ਉਹਨਾਂ ਗੁੰਡਿਆਂ ਨੇ, ਉਹਨਾਂ ਮਹੰਤ ਦੇ ਚੇਲਿਆਂ ਨੇ ਉਸ 12 ਸਾਲ ਦੀ ਧੀ ਨਾਲ ਕੁਕਰਮ ਕੀਤਾ, ਬੇਪਤੀ ਕੀਤੀ। ਧੀ ਰੋਂਦੀ ਆਪਣੇ ਪਿਤਾ ਕੋਲ ਆਈ। ਆਪਣੇ ਪਿਤਾ ਕੋਲ ਆ ਕੇ ਜਦੋਂ ਰੋ ਕੇ ਦੱਸਿਆ ਤੇ ਨਰੈਣੂ ਮਹੰਤ ਆ ਗਿਆ ਮਗਰ ਹੀ। ਉਹਨ ਧੀ ਨੂੰ ਖੋਲਿਆ ਜੱਜ ਕੋਲੋਂ, ਕਹਿੰਦਾ ਸਵੇਰ ਨੂੰ ਜਦੋਂ ਗੱਡੀ ਬੈਠੋਗੇ ਨਾ ਸਟੇਸ਼ਨ ਤੇ ਤੁਹਾਡੀ ਧੀ ਮਿਲ ਜੂ, ਰਾਤ ਭਰ ਤੁਹਾਡੀ ਧੀ ਤੁਹਾਡੇ ਕੋਲ ਨਹੀਂ ਆਊਗੀ, ਤੇ ਜੇ ਰੌਲਾ ਪਾਇਆ ਸਾਰਾ ਟੱਬਰ ਮਾਰ ਕੇ ਸਵਾਹ ਕਰ ਦੂੰ। ਗੁਰਦੁਆਰਾ ਸਾਹਿਬ ਦੇ ਅੰਦਰ, ਨਨਕਾਣਾ ਸਾਹਿਬ ਦੇ ਅੰਦਰ ਕੁਕਰਮ ਕੀਤਾ 12-13 ਸਾਲ ਦੀ ਧੀ ਨਾਲ। ਸਾਰੀ ਰਾਤ ਜੱਜ ਸਰੋਵਰ ਦੇ ਕੰਢੇ ਬੈਠ ਕੇ ਰੋਂਦਾ ਰਿਹਾ ਕਿ ਗੁਰੂ ਨਾਨਕ ਮਹਾਰਾਜ ਜੀ, ਮੈਂ ਤੇ ਧੰਨਵਾਦ ਕਰਨ ਆਇਆ ਸੀ ਤੇਰੇ ਘਰ 'ਚ, ਪਰ ਇੱਥੇ ਮੇਰੀ ਧੀ ਦੀ ਬੇਪਤੀ ਹੋਈ ਹੈ। ਸਾਰੀ ਰਾਤ ਲੰਘ ਗਈ। ਸਵੇਰ ਨੂੰ ਜੱਜ ਜਦੋਂ ਜਾ ਕੇ ਟ੍ਰੇਨ 'ਚ ਬੈਠਾ ਤੇ ਉਸ ਸਟੇਸ਼ਨ ਤੇ ਜਾ ਕੇ ਨਰੈਣੂ ਮਹੰਤ ਦੇ ਚੇਲਿਆਂ ਨੇ ਉਸ ਧੀ ਨੂੰ ਜੱਜ ਨੂੰ ਸੌਂਪਿਆ। ਜੱਜ ਆਪਣੇ ਪਿੰਡ ਮੁੜ ਗਿਆ ਤੇ ਕਿਤੇ ਸਿੱਖਾਂ ਦੀ ਕਾਨਫਰੰਸ ਹੋ ਰਹੀ ਸੀ ਬਹੁਤ ਵੱਡੀ, ਵੱਖਰੇ ਵੱਖਰੇ ਸਿੱਖ ਲੈਕਚਰ ਕਰ ਰਹੇ ਸੀ। ਉੱਥੇ ਜਾ ਕੇ ਇਹ ਸਿੰਧੀ ਜੱਜ ਪਹੁੰਚ ਗਿਆ ਤੇ ਦੁਹੱਥੜੇ ਮਾਰ ਕੇ ਕਹਿੰਦਾ ਹੈ, ਸਿੱਖੋ ਕਿੱਥੇ ਮਰ ਗਏ ਤੁਸੀਂ। ਆਹ ਸ਼ਬਦ ਵਰਤੇ ਸੀ ਜੀ ਉਹਨੇ, ਵੀ ਗੁਰੂ ਨਾਨਕ ਦੇ ਘਰ ਵਿੱਚ ਮੇਰੀ 12-13 ਸਾਲ ਦੀ ਧੀ ਦੀ ਬੇਪਤੀ ਹੋਈ ਹੈ, ਮੇਰੀ ਗੁਰੂ ਨਾਨਕ ਮਹਾਰਾਜ ਦੇ ਘਰ 'ਚ ਪੱਤ ਰੋਲੀ ਗਈ, ਤੇ ਤੁਸੀਂ ਇਦਾਂ ਦੇ ਗੁੰਡਿਆਂ ਕੋਲੋਂ ਗੁਰੂ ਘਰ ਦਾ ਪ੍ਰਬੰਧ ਛਡਾਉਂਦੇ ਕਿਉਂ ਨਹੀਂ। ਇੱਕ ਘਟਨਾ ਇਹ ਸੀ ਤੇ ਦੂਜੀ ਘਟਨਾ ਸੀ ਪਿਆਰਿਓ, ਜੜ੍ਹਾਂ ਵਾਲੀ ਪਿੰਡ ਤੋਂ ਪੂਰਨਮਾਸ਼ੀ ਦੇ ਦਿਨ ਸੰਗਤਾਂ ਨਨਕਾਣਾ ਸਾਹਿਬ ਦਰਸ਼ਨ ਕਰਨ ਆਈਆਂ। ਬੀਬੀਆਂ ਦਾ ਜਥਾ ਸੀ ਸਾਰਾ। ਪਾਕਿਸਤਾਨ ਦੇ ਵਿੱਚ ਪਿੰਡ ਹੈ ਜੜ੍ਹਾਂ ਵਾਲੀ,
ਤੇ ਜਦੋਂ ਬੀਬੀਆਂ ਦਰਸ਼ਨ ਕਰਨ ਆਈਆਂ ਨਨਕਾਣਾ ਸਾਹਿਬ ਦੇ ਪੂਰਨਮਾਸ਼ੀ ਦੇ ਦਿਨ, ਸਮਾਂ ਲੱਗ ਗਿਆ, ਜ਼ਿਆਦਾ ਲੇਟ ਹੋ ਗਈਆਂ, ਟ੍ਰੇਨ ਲੰਘ ਗਈ ਤੇ ਰਾਤ ਰਹਿਣ ਦਾ ਵਿਚਾਰ ਬਣਾਇਆ ਵੀ ਨਨਕਾਣਾ ਸਾਹਿਬ ਰਾਤ ਰੁਕ ਲੈਨੇ ਆ, ਸਵੇਰੇ ਚਲੇ ਜਾਵਾਂਗੇ। ਰਾਤ ਨੂੰ ਬੀਬੀਆਂ ਨਨਕਾਣਾ ਸਾਹਿਬ ਰਾਤ ਰੁਕੀਆਂ ਤੇ ਮਹੰਤ ਦੇ ਚੇਲਿਆਂ ਨੇ ਉਹਨਾਂ ਧੀਆਂ, ਉਹਨਾਂ ਬੀਬੀਆਂ ਦੀ ਪੱਤ ਵੀ ਰੋਲੀ ਗੁਰੂ ਘਰ ਦੇ ਅੰਦਰ। ਉਹਨਾਂ ਬੀਬੀਆਂ ਦੀ ਬੇਪਤੀ ਕੀਤੀ, ਕੁਕਰਮ ਕੀਤਾ, ਇੱਜ਼ਤਾਂ ਤਾਰ-ਤਾਰ ਕੀਤੀਆਂ। ਇਹ ਜਦੋਂ ਦੋ ਘਟਨਾਵਾਂ ਹੋਈਆਂ, ਇਹਨਾਂ ਘਟਨਾਵਾਂ ਨੇ ਸਿੱਖਾਂ ਦੇ ਹਿਰਦੇ ਬਲੂੰਦਰ ਦਿੱਤੇ। 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤੇ 1921 ਜਦੋਂ ਸਿੰਘਾਂ ਨੇ 1920 ਦੇ ਅਖੀਰ ਵਿੱਚ ਇਹ ਪ੍ਰਣ ਕਰ ਲਿਆ ਕਿ ਨਰੈਣੂ ਮਹੰਤ ਤੋਂ ਨਨਕਾਣਾ ਸਾਹਿਬ ਛਡਾਉਣਾ ਹੈ, ਉਹਦੇ ਤੋਂ ਕਬਜ਼ਾ ਲੈਣਾ ਗੁਰੂ ਘਰ ਦਾ। ਤੇ ਨਰੈਣੂ ਮਹੰਤ ਨੂੰ ਪਤਾ ਲੱਗ ਗਿਆ ਵੀ ਨੀਲੀਆਂ ਕਾਲੀਆਂ ਪੱਗਾਂ ਵਾਲੇ ਇਹ ਕਬਜ਼ਾ ਲੈਣਗੇ ਮੇਰੇ ਤੋਂ ਨਨਕਾਣਾ ਸਾਹਿਬ ਦਾ। ਉਹਨੇ ਹਥਿਆਰ ਤਿਆਰ ਕਰਨੇ, ਹਥਿਆਰ ਖਰੀਦਣੇ ਸ਼ੁਰੂ ਕੀਤੇ ਵੀ ਜਿਹੜਾ ਵੀ ਕਬਜ਼ਾ ਲੈਣ ਆਊ ਤੇਲ ਪਾ ਪਾ ਕੇ ਨਾਲ ਹੀ ਸਾੜੀ ਜਾਣੇ ਨੇ, ਨਾਲ ਹੀ ਅੱਗ 'ਚ ਸੁੱਟੀ ਜਾਣੇ ਨੇ, ਕਿਸੇ ਨੂੰ ਕਬਜ਼ਾ ਨਹੀਂ ਲੈਣ ਦੇਣਾ ਗੁਰੂ ਘਰ ਦਾ। ਤੇ ਨਰੈਣੂ ਮਹੰਤ ਜਿਨ ਕਿਰਾਏ ਦੇ ਗੁੰਡੇ, ਅੰਗਰੇਜ਼ ਸਰਕਾਰ ਦਾ ਨਾਲ ਹਮਾਇਤ, ਤੇ ਪਿਆਰਿਓ ਇਹ ਆਮ ਕਰਕੇ ਹੀ ਹੁੰਦਾ, ਜਿਹੜੇ ਸਰਕਾਰਾਂ ਨੇ ਦੋ ਫਾੜ ਕੰਮ ਕਰਨਾ ਹੋਵੇ ਉਹ ਕੋਲੋਂ ਸਿਕਿਉਰਿਟੀ ਦੇ ਦੇ ਕੇ ਵੀ ਪਖੰਡੀ ਪੈਦਾ ਕਰਦੀ ਆ। ਸਤਨਾਮ ਵਾਹਿਗੁਰੂ ਜੀ। ਕੋਲੋਂ ਪਖੰਡੀਆਂ ਨੂੰ ਪੈਦਾ ਕਰਨਗੇ, ਕੋਲੋਂ ਖਰਚਾ ਕਰਕੇ ਵੀ, ਸਿਕਿਉਰਿਟੀ ਦੇ ਦੇ ਕੇ ਵੀ। ਹੁਣ ਨਰੈਣੂ ਮਹੰਤ ਨੇ ਹਥਿਆਰ ਖਰੀਦਣੇ ਸ਼ੁਰੂ ਕੀਤੇ, ਟਕੂਏ, ਗੜਾਸੀਆਂ ਬਣਾਈਆਂ ਤੇ ਤੇਲ ਜਮ੍ਹਾਂ ਕਰ ਲਿਆ ਨਨਕਾਣਾ ਸਾਹਿਬ ਦੇ ਅੰਦਰ ਵੀ ਜਦੋਂ ਆਉਣਗੇ ਉਸੇ ਵੇਲੇ ਇਹਨਾਂ ਨੂੰ ਸਾੜ ਕੇ ਸੁਆਹ ਕਰਾਂਗੇ। ਸਮਾਂ ਲੰਘਦਾ ਗਿਆ। ਨਨਕਾਣਾ ਸਾਹਿਬ ਨਰੈਣੂ ਮਹੰਤ ਨੂੰ ਸ਼੍ਰੋਮਣੀ ਕਮੇਟੀ ਮਾਸਟਰ ਤਾਰਾ ਸਿੰਘ ਜੀ, ਸੰਤ ਤੇਜਾ ਸਿੰਘ ਜੀ ਉਸ ਵੇਲੇ ਦੇ ਮੋਢੀ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਉਹਨਾਂ ਨੇ ਕਿਹਾ ਨਰੈਣੂ ਮਹੰਤ ਅਸੀਂ ਤੇਰੇ ਨਾਲ ਗੱਲ ਕਰਨੀ ਹੈ। ਨਰੈਣੂ ਮਹੰਤ ਨੇ 2 ਵਾਰੀ ਸਮਾਂ ਦਿੱਤਾ, ਮੁੱਕਰ ਗਿਆ। ਤੀਜੀ ਵਾਰੀ ਸਮਾਂ ਦੇ ਦਿੱਤਾ ਕਿ 4, 5 ਤੇ 6 ਮਾਰਚ 1921 ਨੂੰ ਮੈਂ ਤੁਹਾਡੇ ਨਾਲ ਗੱਲ ਕਰਾਂਗਾ, ਪਰ ਗੱਲ ਕਰਨ ਵਾਸਤੇ ਤੁਹਾਨੂੰ ਨਨਕਾਣਾ ਸਾਹਿਬ ਦੀ ਧਰਤੀ ਤੇ ਆਉਣਾ ਪਊ, ਮੈਂ ਕਿਤੇ ਨਹੀਂ ਆਉਣਾ। 3 ਦਿਨ ਦੇ ਦਿੱਤੇ ਜੀ, 4, 5 ਤੇ 6 ਮਾਰਚ 1921। ਤਿਆਰ ਹੋ ਗਿਆ ਸ਼੍ਰੋਮਣੀ ਕਮੇਟੀ ਤੇ ਸਾਰੇ ਸਿੰਘ। ਭਾਈ ਲਛਮਣ ਸਿੰਘ ਜੀ ਧਾਰੋਵਾਲ, ਭਾਈ ਕਰਤਾਰ ਸਿੰਘ ਜੀ ਝੱਬਰ, ਜਥੇਦਾਰ ਬੂਟਾ ਸਿੰਘ ਜੀ, ਇਦਾਂ ਦੇ ਸਿੰਘ, ਸੰਤ ਤੇਜਾ ਸਿੰਘ ਜੀ, ਮਾਸਟਰ ਤਾਰਾ ਸਿੰਘ ਜੀ, ਇਹਨਾਂ ਨੇ ਬਿਉਂਤਬੰਦੀ ਕਰ ਲਈ ਵੀ 4, 5 ਤੇ 6 ਮਾਰਚ ਨੂੰ ਇਹਦੇ ਨਾਲ ਜਾ ਕੇ ਗੱਲ ਕਰਾਂਗੇ। ਉਧਰ ਨਰੈਣੂ ਮਹੰਤ ਨੇ ਤਿਆਰੀ ਕੀਤੀ ਕਿ ਜਦੋਂ 4, 5 ਤੇ 6 ਤਰੀਕ ਨੂੰ ਮੇਰੇ ਨਾਲ ਵਿਚਾਰ ਕਰਨ ਆਉਣਗੇ, ਸਟੇਜ ਤੇ ਬੈਠਿਆਂ ਦੇ ਗੋਲੀਆਂ ਚਲਾ ਦਾਂਗੇ। ਆਖੋ ਸਤਨਾਮ ਵਾਹਿਗੁਰੂ ਜੀ। ਰੌਲਾ ਪਾ ਦਾਂਗੇ ਵੀ ਮਾਰ ਗਏ। ਉਹਨ ਬਿਉਂਤਬੰਦੀ ਕੀਤੀ ਸੀ ਵੀ ਸਭ ਨੂੰ ਇਕੱਠੇ ਕਰਕੇ ਸਭ ਨੂੰ ਸਟੇਜ ਤੇ ਬੈਠਿਆਂ ਗੋਲੀ ਮਾਰ ਦੇਣੀ। ਜਦੋਂ ਇਹ ਬਚਨ ਕੀਤਾ, ਇਸ ਉਹਦੀ ਬਿਉਂਤਬੰਦੀ ਦਾ ਸਿੰਘਾਂ ਨੂੰ ਪਤਾ ਲੱਗ ਗਿਆ ਵੀ ਇਹ ਤੇ ਹਥਿਆਰ ਤਿਆਰ ਕਰਦਾ ਹੈ, ਇਹ ਤੇ ਮਾਰਨ ਦੀ ਤਿਆਰੀ ਕਰਦਾ ਹੈ। ਤੇ ਇਤਿਹਾਸ ਦੇ ਵਿੱਚ ਬਚਨ ਨੇ ਗਿਆਨੀ ਨਰਾਇਣ ਸਿੰਘ ਜੀ ਲਿਖਦੇ ਐ, ਇਹ ਗਿਆਨੀ ਨਰਾਇਣ ਸਿੰਘ ਜੀ ਉਹ ਨੇ ਜਿਹੜੇ ਉਸ ਵੇਲੇ ਉੱਥੇ ਮੌਜੂਦ ਸਨ। ਉਹਨਾਂ ਨੇ ਲਿਖਤ ਲਿਖੀ ਹੈ, ਕਹਿੰਦੇ ਜਦੋਂ ਸਿੰਘਾਂ ਨੂੰ ਇਹਦੀ ਕਾਰਵਾਈ ਦਾ ਪਤਾ ਲੱਗ ਗਿਆ ਤੇ 19 ਤਰੀਕ ਸ਼ਾਮ ਨੂੰ 19 ਫਰਵਰੀ 1921 ਨਰੈਣੂ ਮਹੰਤ ਨੇ ਲਾਹੌਰ ਜਾਣਾ ਸੀ ਕਿਸੇ ਸਮਾਗਮ ਵਿੱਚ। ਤੇ ਜਦੋਂ ਇਹਨੇ 19 ਤਰੀਕ ਨੂੰ ਲਾਹੌਰ ਜਾਣਾ ਸੀ, ਭਾਈ ਲਛਮਣ ਸਿੰਘ ਜੀ ਧਾਰੋਵਾਲ, ਕਰਤਾਰ ਸਿੰਘ ਜੀ ਝੱਬਰ ਤੇ ਜਥੇਦਾਰ ਬੂਟਾ ਸਿੰਘ ਜੀ, ਇਹਨਾਂ ਨੇ ਤਿੰਨਾਂ ਨੇ ਬਿਉਂਤਬੰਦੀ ਕੀਤੀ ਕਿ ਨਰੈਣੂ ਮਹੰਤ 19 ਤਰੀਕ ਨੂੰ ਲਾਹੌਰ ਜਾਏਗਾ ਤੇ 20 ਤਰੀਕ ਅੰਮ੍ਰਿਤ ਵੇਲੇ
ਆਪਾਂ ਜਾ ਕੇ ਨਨਕਾਣਾ ਸਾਹਿਬ ਦੇ ਵਿੱਚ ਕਬਜ਼ਾ ਕਰ ਲਾਂਗੇ, ਨਰੈਣੂ ਇੱਥੇ ਹੋਣਾ ਨਹੀਂ। ਤੇ ਆਪਾਂ ਜਾ ਕੇ ਨਾਲੇ ਤਾਬਿਆ ਬੈਠ ਕੇ ਚੌਰ ਸਾਹਿਬ ਕਰਾਂਗੇ, ਨਾਲੇ ਉੱਥੇ ਆਸਾ ਜੀ ਦੀ ਵਾਰ ਦਾ ਕੀਰਤਨ, ਤੇ ਨਰੈਣੂ ਮਹੰਤ ਦਾ ਕਬਜ਼ਾ ਗੁਰਦੁਆਰੇ ਦਾ ਅਸੀਂ ਲੈ ਲੈਣਾ, ਨਰੈਣੂ ਤਾਂ ਉੱਥੇ ਹੋਣਾ ਨਹੀਂ। ਇਹ ਬਿਉਂਤਬੰਦੀ ਕਰ ਲਈ। ਸ਼੍ਰੋਮਣੀ ਕਮੇਟੀ ਨੂੰ ਵੀ ਨਹੀਂ ਦੱਸਿਆ ਤਿੰਨਾਂ ਸਿੰਘਾਂ ਨੇ ਕਿ ਜੇ ਸ਼੍ਰੋਮਣੀ ਕਮੇਟੀ ਨੂੰ ਪਤਾ ਲੱਗਿਆ ਇਹ ਸਾਨੂੰ ਰੋਕ ਦੇਣਗੇ ਵੀ ਕਬਜ਼ਾ ਨਹੀਂ ਲੈਣਾ। 1921 ਦਾ ਇਤਿਹਾਸ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ। ਜਦੋਂ ਨਨਕਾਣਾ ਸਾਹਿਬ ਸਾਕਾ ਹੋਇਆ, ਸ਼ਹੀਦ ਹੋਏ ਸਿੰਘ ਤੇ ਆਜ਼ਾਦ ਕਰਾਇਆ ਨਨਕਾਣਾ ਸਾਹਿਬ। ਪੌਂਟਾ ਸਾਹਿਬ ਦਾ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਨਾਲ 13 ਸਿੰਘ ਜਿਹੜੇ ਸ਼ਹੀਦ ਹੋਏ ਸੀ ਮਹੰਤਾਂ ਤੋਂ ਪੌਂਟਾ ਸਾਹਿਬ ਛਡਾਉਣ ਲਈ। ਅੱਜ ਵੀ ਪੌਂਟਾ ਸਾਹਿਬ ਜਾਓ, ਨੀਲੇ ਰੰਗ ਦਾ ਨਿਸ਼ਾਨ ਸਾਹਿਬ ਉਹਨਾਂ ਸਿੰਘਾਂ ਦੀ ਯਾਦ ਵਿੱਚ ਅੱਜ ਵੀ ਹੈ ਜਿਹੜੇ ਸ਼ਹੀਦ ਹੋਏ ਸੀ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਛਡਾਉਣ ਲਈ। ਤੇ ਉਹਨਾਂ ਦੇ ਆਗੂ ਸਨ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ। ਤਾਂ ਹੀ ਅੱਜ ਉਹਨਾਂ ਨੂੰ ਜਿੰਦਾ ਸ਼ਹੀਦ ਕਿਹਾ ਜਾਂਦਾ ਹੈ। ਗੋਲੀਆਂ ਵੱਜੀਆਂ ਸਨ ਮਹਾਂਪੁਰਸ਼ਾਂ ਦੇ। ਇੱਥੋਂ ਤੱਕ ਵੀ ਅੱਜ ਸੁਣਦੇ ਆ ਕਿ ਮਹਾਂਪੁਰਖਾਂ ਦੇ ਸੀਸ ਵਿੱਚ ਅੱਜ ਵੀ ਗੋਲੀਆਂ ਉਸੇ ਤਰ੍ਹਾਂ ਹੀ ਬਾਬਾ ਨਿਹਾਲ ਸਿੰਘ ਜੀ ਦੇ। ਤਾਂ ਹੀ ਇਹਨਾਂ ਨੂੰ ਖਿਤਾਬ ਦਿੱਤਾ ਸੀ ਜਿੰਦਾ ਸ਼ਹੀਦ। ਪੌਂਟਾ ਸਾਹਿਬ ਦਾ ਗੁਰਦੁਆਰਾ ਸਾਹਿਬ ਇਹਨਾਂ ਮਹਾਂਪੁਰਖਾਂ ਨੇ ਛਡਵਾਇਆ ਸੀ। ਨਨਕਾਣਾ ਸਾਹਿਬ ਦਾ ਗੁਰਦੁਆਰਾ ਸਾਹਿਬ ਹੁਣ ਜਦੋਂ ਮਹੰਤ ਨਰੈਣੂ 19 ਤਰੀਕ ਨੂੰ ਚੱਲਿਆ ਲਾਹੌਰ, ਟ੍ਰੇਨ 'ਚ ਬੈਠਾ ਹੈ ਸਟੇਸ਼ਨ ਤੋਂ, ਤੇ ਕਹਿੰਦੇ ਕੋਈ ਮੁਸਲਮਾਨ ਬੀਬੀ ਸੀ। ਉਸ ਮੁਸਲਮਾਨ ਬੀਬੀ ਨੇ ਨਰੈਣੂ ਮਹੰਤ ਨੂੰ ਕਿਹਾ, ਕਹਿੰਦੀ ਕਿੱਥੇ ਪਿਆ ਵੰਝਦਾ ਹੈ, ਭਾਵ ਕਿੱਥੇ ਚੱਲੇ ਆ ਤੂੰ? ਲਾਹੌਰ ਚੱਲਿਆ, ਨੀਲੀਆਂ ਤੇ ਕਾਲੀਆਂ ਪੱਗਾਂ ਵਾਲੇ ਤੇਰੇ ਗੁਰਦੁਆਰੇ ਤੇ ਕਬਜ਼ਾ ਕਰਨ ਆ ਰਹੇ ਨੇ। ਆਖੋ ਸਤਨਾਮ ਵਾਹਿਗੁਰੂ ਜੀ। ਚਲਦੀ ਟ੍ਰੇਨ 'ਚੋਂ ਨਰੈਣੂ ਮਹੰਤ ਨੇ ਛਾਲ ਮਾਰਤੀ ਸੀ ਤੇ ਸਿੰਘਾਂ ਨੇ ਟਿਕਾਣਾ ਕੀਤਾ ਸੀ। ਲਛਮਣ ਸਿੰਘ ਜੀ ਧਾਰੋਵਾਲ, ਕਰਤਾਰ ਸਿੰਘ ਜੀ ਝੱਬਰ, ਜਥੇਦਾਰ ਬੂਟਾ ਸਿੰਘ ਜੀ, ਇਹਨਾਂ ਨੇ ਬਿਉਂਤਬੰਦੀ ਕੀਤੀ ਵੀ ਕਰਤਾਰ ਸਿੰਘ ਝੱਬਰ ਦਾ ਜਿਹੜਾ ਜਥਾ ਹੈ ਇਹ ਸੱਚਾ ਸੌਦਾ ਗੁਰਦੁਆਰਾ ਸਾਹਿਬ ਰਾਤ ਰਹੇਗਾ 19 ਤਰੀਕ ਰਾਤ ਨੂੰ। ਲਛਮਣ ਸਿੰਘ ਜੀ ਧਾਰੋਵਾਲ ਦਾ ਜਥਾ ਨਨਕਾਣਾ ਸਾਹਿਬ ਤੋਂ ਪਾਸੇ ਥੋੜੇ ਜਿਹੇ ਪੱਠੇ ਸਨ ਇੱਟਾਂ ਦੇ, ਵੀ ਉੱਥੇ ਰਾਤ ਰਹੇਗਾ, ਤੇ ਜਥੇਦਾਰ ਬੂਟਾ ਸਿੰਘ ਜੀ ਇੱਕ ਪਾਸੇ ਰਾਤ ਰਹਿਣਗੇ। ਲਛਮਣ ਸਿੰਘ ਜੀ ਧਾਰੋਵਾਲ ਜੀ ਦੇ ਨਾਲ ਇੱਕ ਕੇਰ ਸਿੰਘ ਹੋਇਆ ਜਰਗ ਪਿੰਡ ਦਾ, ਲੁਧਿਆਣੇ ਜ਼ਿਲ੍ਹੇ 'ਚ। ਜਰਗ ਪਿੰਡ ਦਾ ਕੇਰ ਸਿੰਘ ਤੇ ਉਹਦਾ ਪੁੱਤਰ ਸੀ ਨਾਲ 12 ਸਾਲ ਦਾ ਦਰਬਾਰਾ ਸਿੰਘ, ਉਹ ਵੀ ਨਾਲ ਹੈ। ਤੇ ਜਦੋਂ ਕੇਰ ਸਿੰਘ ਤੁਰਨ ਲੱਗਿਆ ਸੀ ਲਛਮਣ ਸਿੰਘ ਜੀ ਦੇ ਨਾਲ, ਤੇ ਦਰਬਾਰਾ ਸਿੰਘ ਉਹਦਾ ਪੁੱਤਰ 12 ਸਾਲ ਦਾ ਕਹਿੰਦਾ ਪਿਤਾ ਜੀ ਮੈਂ ਵੀ ਜਾਣਾ ਹੈ, ਮੈਂ ਵੀ ਕੁਰਬਾਨੀ ਕਰਨ ਨੂੰ ਤਿਆਰ ਹਾਂ। 12 ਸਾਲ ਦਾ ਪੁੱਤ ਭਾਈ ਲਛਮਣ ਸਿੰਘ ਜੀ ਧਾਰੋਵਾਲ ਦੇ ਜਥੇ 'ਚ ਭਾਈ ਕੇਰ ਸਿੰਘ ਤੇ ਕੇਰ ਸਿੰਘ ਦਾ ਪੁੱਤਰ ਦਰਬਾਰਾ ਸਿੰਘ। ਕਿਉਂਕਿ ਪਿਆਰਿਓ ਗੁਰਬਾਣੀ ਦਾ ਫਰਮਾਨ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ, ਬਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ, ਆਨ ਨਾ ਕੀਜੈ। ਸਿਰ ਧਰ ਕੇ ਤਲੀ ਤੇ ਆਵੀਂ। 12 ਸਾਲ ਦੇ ਪੁੱਤ ਦਾ ਜਜ਼ਬਾ ਹੈ ਦਰਬਾਰਾ ਸਿੰਘ ਦਾ, ਮੈਂ ਵੀ ਕੁਰਬਾਨੀ ਕਰਨੀ। ਨੰਗਣਾ ਜੇ ਪ੍ਰੇਮ ਦੀ ਗਲੀ, ਸਿਰ ਧਰ ਕੇ ਤਲੀ ਦੇ ਉੱਤੇ ਆਵੀਂ। ਲੰਗਣਾ ਜੇ ਪ੍ਰੇਮ ਦੀ ਗਲੀ, ਸਿਰ ਧਰ ਕੇ ਤਲੀ ਦੇ ਉੱਤੇ ਆਵੀਂ। ਲੰਗਣਾ ਜੇ ਪ੍ਰੇਮ ਦੀ ਗਲੀ, ਸਿਰ ਧਰ ਕੇ ਤਲੀ ਦੇ ਉੱਤੇ ਆਵੀਂ। ਲੰਗਣਾ ਜੇ ਪ੍ਰੇਮ ਦੀ ਗਲੀ, ਸਿਰ ਧਰ ਕੇ ਤਲੀ ਦੇ ਉੱਤੇ ਆਵੀਂ। ਲੰਗਣਾ ਜੇ ਪ੍ਰੇਮ ਦੀ ਗਲੀ, ਸਿਰ ਧਰ ਕੇ ਤਲੀ ਦੇ ਉੱਤੇ ਆਵੀਂ। ਲੰਗਣਾ ਜੇ ਪ੍ਰੇਮ ਦੀ ਗਲੀ, ਸਿਰ ਧਰ ਕੇ ਤਲੀ ਦੇ ਉੱਤੇ ਆਵੀਂ। ਲੰਗਣਾ ਜੇ ਪ੍ਰੇਮ ਦੀ ਗਲੀ, ਸਿਰ ਧਰ ਕੇ ਤਲੀ ਦੇ ਉੱਤੇ ਆਵੀਂ। ਲੰਗਣਾ ਜੇ ਪ੍ਰੇਮ ਦੀ ਗਲੀ, ਸਿਰ ਧਰ ਕੇ ਤਲੀ ਦੇ ਉੱਤੇ ਆਵੀਂ। ਲੰਗਣਾ ਜੇ ਪ੍ਰੇਮ ਦੀ ਗਲੀ, ਸਿਰ ਧਰ ਕੇ ਤਲੀ ਦੇ ਉੱਤੇ ਆਵੀਂ।
ਧਰ ਕੇ ਤਲੀ ਦੇ ਪਿਆਵੀ ਲੰਘਣਾ ਜੇ ਪ੍ਰੇਮ ਦੀ ਗਲੀ ਸਿਰ ਧਰ ਕੇ ਤਲੀ ਦੇ ਪਿਆਵੀ ਲੰਘਣਾ ਜੇ ਪ੍ਰੇਮ ਦੀ ਗਲੀ ਵਾ 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 ਲੰਘਣਾ ਜੇ ਪ੍ਰੇਮ ਦੀ ਪਿਆਰੇ ਜੀ ਲੰਘਣਾ ਜੇ ਪ੍ਰੇਮ ਦੀ ਗਲੀ ਵਾ 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 ਲੰਘਣਾ ਜੇ ਪ੍ਰੇਮ ਦੀ ਗਲੀ ਪਿਆਰੇ ਜੀ ਲੰਘਣਾ ਜੇ ਪ੍ਰੇਮ ਦੀ ਗਲੀ ਵਾ 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 ਲੰਘਣਾ ਜੇ ਪ੍ਰੇਮ ਦੀ ਗਲੀ ਪਿਆਰੇ ਜੀ ਲੰਘਣਾ ਜੇ ਪ੍ਰੇਮ ਦੀ ਗਲੀ ਬਾਣੀ ਕਹਿੰਦੀ ਲੰਘਣਾ ਜੇ ਪ੍ਰੇਮ ਦੀ ਪਿਆਰੇ ਜੀ ਲੰਘਣਾ ਜੇ ਪ੍ਰੇਮ ਦੀ ਗਲੀ ਬਾਣੀ ਕਹਿੰਦੀ ਲੰਘਣਾ ਜੇ ਪ੍ਰੇਮ ਦੀ ਗਲੀ ਪਿਆਰੇ ਜੀ ਲੰਘਣਾ ਜੇ ਪ੍ਰੇਮ ਦੀ ਗਲੀ ਬਾਣੀ ਕਹਿੰਦੀ ਲੰਘਣਾ ਜੇ ਪ੍ਰੇਮ ਦੀ ਗਲੀ ਪਿਆਰੇ ਜੀ ਲੰਘਣਾ ਜੇ ਪ੍ਰੇਮ ਦੀ ਗਲੀ ਸਿਰ ਧਰ ਕੇ ਤੜੀ ਤੇ ਆਵੀਂ ਲੰਘਣਾ ਜੇ ਪ੍ਰੇਮ ਦੀ ਗਲੀ ਸਿਰ ਧਰ ਕੇ ਤੜੀ ਤੇ ਆਵੀਂ ਲੰਘਣਾ ਜੇ ਪ੍ਰੇਮ ਦੀ ਗਲੀ ਸਿਰ ਧਰ ਕੇ ਤਲੀ ਦੇ ਪਿਆਵੀ ਲੰਘਣਾ ਜੇ ਪ੍ਰੇਮ ਦੀ ਗਲੀ ਉਹ ਤੇਰੇ ਧਰ ਕੇ ਤਲੀ ਦੇ ਪਿਆਵੀ ਲੰਘਣਾ ਜੇ ਪ੍ਰੇਮ ਦੀ ਗਲੀ ਹਾਂਜੀ ਜੋ ਤੋ ਪ੍ਰੇਮ ਖਿਲਨ ਕਾ ਜਾਓ ਫਿਰ ਤਰ ਤਰੀ ਗਲੀ ਮੇਰੀ ਆਓ ਮਾਰਗ ਪੈਰ ਧਰੀ ਜੈ ਫਿਰ ਸੀਜੇ ਕਾਨ ਨਾ ਕੀਜੈ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਕਾਣ ਨਾ ਕੀਜੈ ਕੇਰ ਸਿੰਘ ਦਾ ਪੁੱਤਰ ਦਰਬਾਰਾ ਸਿੰਘ 12 ਸਾਲ ਦੀ ਉਮਰ 'ਚ ਨਾਲ ਤੁਰਿਆ 200 ਸਿੰਘ ਸੀ ਭਾਈ ਧਾਰੋਵਾਲ ਜੀ ਦੇ ਜਥੇ 'ਚ ਭਾਈ ਲਛਮਣ ਸਿੰਘ ਜੀ ਧਾਰੋਵਾਲ ਦੇ ਜਥੇ 'ਚ 200 ਸਿੰਘ ਭਾਈ ਕਰਤਾਰ ਸਿੰਘ ਜੀ ਝੱਬਰ ਜਿਹੜੇ ਗੁਰਦੁਆਰਾ ਸੱਚਾ ਸੌਦਾ ਸਾਹਿਬ ਵਿੱਚ ਜਿਨ੍ਹਾਂ ਨੇ ਰਹਿائش ਕੀਤੀ 19 ਨੂੰ ਹੁਣ ਮਹੰਤ ਨਰੈਣੂ ਤਾਂ ਮੁੜਿਆ ਆ ਟ੍ਰੇਨ 'ਚੋਂ ਛਾਲ ਮਾਰ ਕੇ ਮੁੜਿਆ ਆ ਤੇ ਆਉਣ ਸਾਰ ਦਰਜਨਾਂ ਦੇ ਹਿਸਾਬ ਨਾਲ ਪੀਪੇ ਤੇਲ ਦੇ ਤਿਆਰ ਕਰ ਲਏ ਵੀ ਸਵੇਰੇ ਜਦੋਂ ਆਉਣਗੇ ਆਉਣ ਸਾਰ ਗੋਲੀਆਂ ਵੀ ਮਾਰਾਂਗੇ ਤੇ ਅੱਗ 'ਚ ਵੀ ਸਾੜਾਂਗੇ ਆਖੋ ਸਤਨਾਮ ਵਾਹਿਗੁਰੂ ਜੀ ਸਿੰਘਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਉਹ ਗਿਆ ਲਾਹੌਰ ਕਿ ਨਹੀਂ ਗਿਆ ਇਹਨਾਂ ਦੇ ਭੁਲੇਖੇ 'ਚ ਇਹੀ ਸੀ ਵੀ ਉਹ 19 ਤਰੀਕ ਸ਼ਾਮ ਨੂੰ ਲਾਹੌਰ ਚਲਿਆ ਗਿਆ ਤੇ 20 ਸਵੇਰ ਨੂੰ ਜਾਵਾਂਗੇ ਤੇ ਜਾ ਕੇ ਨਨਕਾਣਾ ਸਾਹਿਬ ਕਾਬਜ ਹੋ ਜਾਾਂਗੇ ਪਰ ਇੱਕ ਬੀਬੀ ਮੁਸਲਮਾਨ ਨੇ ਜੇ ਦੱਸਿਆ ਸੀ ਕਿ ਕਿੱਥੇ ਚੱਲੇ ਆ ਨੀਲੀਆਂ ਕਾਲੀਆਂ ਪੱਗਾਂ ਵਾਲੇ ਅਕਾਲੀ ਤੇਰੇ ਗੁਰਦੁਆਰੇ ਦਾ ਕਬਜ਼ਾ ਲੈਣ ਆ ਰਹੇ ਮੁੜ ਗਿਆ ਸੀ ਉਹ ਵਾਪਸ ਨਨਕਾਣਾ ਸਾਹਿਬ ਰਾਤ ਪੜਾ ਕੀਤੇ ਆਪੋ ਆਪਣੀ ਜਗ੍ਹਾ ਸ਼੍ਰੋਮਣੀ ਕਮੇਟੀ ਨੂੰ ਪਤਾ ਲੱਗ ਗਿਆ ਕਿ ਇਹ ਤਿੰਨੇ ਜਥੇ ਜਾ ਰਹੇ ਨੇ ਖਬਰ ਪਹੁੰਚ ਗਈ ਤੇ ਮਾਸਟਰ ਤਾਰਾ ਸਿੰਘ ਜੀ ਸੰਤ ਤੇਜਾ ਸਿੰਘ ਜੀ ਇਹਨਾਂ ਨੇ ਇੱਕ ਚਿੱਠੀ ਲਿਖੀ ਉਹਦੇ ਤੇ 6 ਸਿੰਘਾਂ ਦੇ ਸਾਈਨ ਕੀਤੇ ਉਹ ਚਿੱਠੀ 'ਚ ਲਿਖਿਆ ਕਿ ਕੋਈ ਵੀ ਜਥਾ ਨਨਕਾਣਾ ਸਾਹਿਬ ਨਹੀਂ ਜਾਊਗਾ ਆਖੋ ਸਤਨਾਮ ਵਾਹਿਗੁਰੂ ਜੀ ਨੁਕਸਾਨ ਹੋਏਗਾ ਇਹ ਹੁਕਮ ਹੈ ਪੰਥ ਦਾ ਕਿ ਕੋਈ ਨਾ ਜਾਵੇ ਹੁਣ ਜਦੋਂ ਇਹ ਚਿੱਠੀ ਦੇ ਕੇ ਸਿੰਘ ਭੇਜਿਆ ਭਾਈ ਕਰਤਾਰ ਸਿੰਘ ਜੀ ਝੱਬਰ ਨੂੰ ਸੱਚਾ ਸੌਦਾ ਸਾਹਿਬ ਵਿਖੇ ਜਾ ਕੇ ਉਹ ਚਿੱਠੀ ਦਿਖਾਲੀ ਸਿੰਘ ਨੇ ਵੀ ਆ ਵੇਖੋ ਸ਼੍ਰੋਮਣੀ ਕਮੇਟੀ 5 ਸਿੰਘਾਂ ਦੇ ਸਾਈਨ ਨੇ ਉਹਨਾਂ ਦਾ ਹੁਕਮ ਹੈ ਕਿ ਤੁਸੀਂ ਉੱਥੇ ਨਹੀਂ ਜਾਣਾ ਨੁਕਸਾਨ ਹੋਏਗਾ ਭਾਈ ਕਰਤਾਰ ਸਿੰਘ ਜੀ ਝੱਬਰ ਕਹਿੰਦੇ ਮੈਂ ਤੇ ਰੁਕ ਜਾਵਾਂਗਾ ਬਾਕੀਆਂ ਨੂੰ ਕੌਣ ਰੋਕੇਗਾ ਵੀ ਬਾਕੀ ਤੇ ਤੁਰੇ ਹੋਏ ਨੇ ਉਹ ਵੀ ਪੜਾ ਕਰਕੇ ਆਪੋ ਆਪਣੀ ਥਾਂ ਬੈਠੇ ਨੇ ਤੇ ਅੰਮ੍ਰਿਤ ਵੇਲੇ ਹੁੰਦੇ ਨੂੰ ਉਹ ਨਨਕਾਣਾ ਸਾਹਿਬ ਪਹੁੰਚ ਜਾਣਗੇ ਉਹ ਸਿੰਘ ਕਹਿੰਦਾ ਉਹਨਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਮੇਰੀ ਕਿੱਥੇ ਹੋਣਗੇ ਕਹਿੰਦੇ ਨਨਕਾਣਾ ਸਾਹਿਬ ਤੋਂ ਥੋੜੀ ਦੂਰ ਇੱਟਾਂ ਦੇ ਭੱਠੇ ਨੇ ਉੱਥੇ ਭਾਈ ਲਛਮਣ ਸਿੰਘ ਧਾਰੋਵਾਲ ਦਾ ਪੜਾ ਹੈ ਜਥੇਦਾਰ ਬੂਟਾ ਸਿੰਘ ਜੀ ਦਾ ਪੜਾ ਹੈ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਮੈਂ ਚਿੱਠੀ ਪਹੁੰਚਾ ਦੇਵਾਂਗਾ ਪਰ ਤੁਸੀਂ ਨਹੀਂ ਜਾਣਾ
ਤੁਸੀਂ ਆਪਣੇ ਇੱਥੇ ਥਾਂ ਤੇ ਹੀ ਰੁਕ ਜਾਓ। ਕਰਤਾਰ ਸਿੰਘ ਜੀ ਝੱਬਰ ਰੁਕ ਗਏ ਤੇ ਉਧਰੋਂ ਜਦੋਂ ਲਛਮਣ ਸਿੰਘ ਜੀ ਧਾਰੋਵਾਲ ਆਪਣੇ ਪਿੰਡ ਤੋਂ ਤੁਰੇ ਸੀ ਨਾ, ਉਸ ਵੇਲੇ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਕਰਕੇ ਗੁਰੂ ਗ੍ਰੰਥ ਸਾਹਿਬ ਮੁਰਜ ਅਰਦਾਸ ਬੇਨਤੀ ਕੀਤੀ, ਮਹਾਰਾਜ ਜੀ ਪਾਪੀ ਕੋਲੋਂ ਕੁਕਰਮੀ ਕੋਲੋਂ ਤੇਰੇ ਘਰ ਦਾ ਕਬਜ਼ਾ ਛਡਾਉਣ ਵਾਸਤੇ ਚੱਲੇ, ਆਪ ਅੰਗ ਸੰਗ ਵਰਤ ਕੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾਵਾਂ ਲੈਣੀਆਂ। ਤੇ ਜਦੋਂ ਅਰਦਾਸ ਕੀਤੀ, ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਲਿਆ ਤੇ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਇੱਕ ਕਿਰਪਾ ਕੀਤੀ, ਹੁਕਮ ਦਿੱਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ। ਸੂਹੀ ਰਾਗ ਦੇ ਵਿੱਚ ਸਤਿਗੁਰਾਂ ਨੇ ਹੁਕਮਨਾਮਾ ਸਾਹਿਬ ਦਿੱਤਾ। ਉਹ ਹੁਕਮਨਾਮਾ ਸਾਹਿਬ ਕੀ ਹੈ? ਜੋ ਕਰਤਾਰ ਸਿੰਘ ਜੀ ਲਛਮਣ ਸਿੰਘ ਜੀ ਧਾਰੋਵਾਲ ਨੇ ਅਰਦਾਸ ਤੋਂ ਬਾਅਦ ਹੁਕਮਨਾਮਾ ਲਿਆ ਤੇ ਗੁਰੂ ਰਾਮਦਾਸ ਮਹਾਰਾਜ ਇਉਂ ਹੁਕਮਨਾਮਾ ਸਾਹਿਬ ਬਖਸ਼ ਰਹੇ ਨੇ। ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ, हाँ तिस में आप विचाई। ਕਰਤਾਰ ਸਿੰਘ ਜੀ ਝੱਬਰ ਆਪਣੇ ਪੜਾਅ ਤੇ ਰੁਕੇ ਨੇ। ਲਛਮਣ ਸਿੰਘ ਜੀ ਧਾਰੋਵਾਲ ਨੇ ਜਦੋਂ ਹੁਕਮਨਾਮਾ ਲਿਆ ਤੁਰਨ ਲੱਗਿਆ ਤੇ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ, ਮਹਾਰਾਜ ਕਹਿੰਦੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਲਛਮਣ ਸਿੰਘ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਲਛਮਣ ਸਿੰਘ ਤੇਰੇ ਅੰਦਰ ਤਾਂਘ ਹੈ ਕਿ ਮੈਂ ਆਪਣੇ ਪ੍ਰੀਤਮ ਨੂੰ ਮਿਲਾਂ, ਜਾ ਕੇ ਗੁਰੂ ਨਾਨਕ ਦੇ ਘਰ ਦੇ ਦਰਸ਼ਨ ਕਰਾਂ, ਤੇ ਜਿਹੜਾ ਵੀ ਬੰਦਾ ਮੈਨੂੰ ਉਸ ਅਕਾਲ ਪੁਰਖ ਨਾਲ ਮਿਲਾ ਦੇਵੇ ਮੈਂ ਆਪਣਾ ਆਪ ਉਹਨੂੰ ਵੇਚ ਦਿਆਂ। ਹੁਣ ਤਿਸ ਪੈ ਆਪ ਵਿੱਚ ਆਈ। ਤੇ ਮਹਾਰਾਜ ਮੈਂ ਤੁਰਨ ਲੱਗਿਆ, ਗੁਰੂ ਰਾਮਦਾਸ ਮਹਾਰਾਜ ਨੇ ਪਹਿਲਾਂ ਹੀ ਆਉਣ ਵਾਲਾ ਸਮਾਂ ਇਸ ਹੁਕਮਨਾਮੇ 'ਚ ਲਛਮਣ ਸਿੰਘ ਧਾਰੋਵਾਲ ਨੂੰ ਦੱਸ ਦਿੱਤਾ ਸੀ ਵੀ ਆਉਣ ਵਾਲਾ ਸਮਾਂ ਕਿੱਦਾਂ ਦਾ ਹੈ। ਕਹਿੰਦੇ ਜਿਹੜਾ ਵੀ ਮੈਨੂੰ ਪ੍ਰਮਾਤਮਾ ਨਾਲ ਮਿਲਾਵੇ ਮੈਂ ਉਹਨੂੰ ਆਪਣਾ ਆਪ ਵੇਚ ਦਿਆਂ ਜੀ। ਦਰਸ਼ਨ ਹਰ ਦੇਖਣ ਕੈ ਤਾਈ। ਤੇ ਮਹਾਰਾਜ ਮੈਂ ਤੁਹਾਡੇ ਦਰਸ਼ਨ ਦੇਖਣ ਲਈ ਜਥੇ ਸਮੇਤ ਤੁਰਨ ਲੱਗਿਆ, ਤੁਹਾਡੇ ਘਰ ਦੇ ਨਮਸਕਾਰ ਤੇ ਆ ਕੇ ਨਮਸਕਾਰ ਕਰਕੇ ਤੁਹਾਡੇ ਘਰ ਦੇ ਦਰਸ਼ਨ ਕਰਨੇ ਹੈ। ਕਿਰਪਾ ਕਰਹਿ ਤਾਂ ਸਤਿਗੁਰ ਮਿਲ ਹੈ, ਹਰ ਹਰ ਨਾਮ ਤੇ ਆਈ। ਜੇ ਮੇਰੇ ਤੇ ਅਕਾਲ ਪੁਰਖ ਕਿਰਪਾ ਕਰ ਦਵੇ, ਕਿਰਪਾ ਕਰੇ ਤਾਂ ਸਤਿਗੁਰ ਮਿਲੇ। ਜੇ ਮੇਰੇ ਤੇ ਕਿਰਪਾ ਕਰੋ ਗੁਰੂ ਰਾਮਦਾਸ ਮਹਾਰਾਜ ਜੀ, ਤੁਹਾਡੀ ਕਿਰਪਾ ਨਾਲ ਮੈਂ ਉਸ ਅਕਾਲ ਪੁਰਖ ਦੇ ਘਰ 'ਚ ਜਾ ਕੇ ਦਰਸ਼ਨ ਕਰ ਸਕਦਾ। ਤੁਹਾਡੀ ਕਿਰਪਾ ਹੋਵੇ, ਤੁਸੀਂ ਅੰਗ ਸੰਗ ਵਰਤੋ ਜੀ। ਜੇ ਸੁਖ ਦੇ ਤਾਂ ਤੁਝ ਹੈ ਅਰਾਧੀ, ਦੁੱਖ ਵੀ ਤੁਝੇ ਤੇ ਆਈ। ਤੇ ਜੇ ਦਰਸ਼ਨ ਕਰਨ ਜਾਂਦੇ ਆ, ਨਨਕਾਣਾ ਸਾਹਿਬ ਪਹੁੰਚਦੇ ਆ, ਜੇ ਸੁਖ ਦੇਤਾ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ। ਜੇ ਸੁਖ ਰਵੇ, ਸੁਖ ਸ਼ਾਂਤੀ ਰਵੇ ਤਾਂ ਵੀ ਤੁਹਾਡੀ ਕਿਰਪਾ, ਜੇ ਦੁੱਖ ਆ ਜਾਵੇ ਤੇ ਤਾਂ ਵੀ ਮੈਂ ਤੇਰੀ ਆਰਾਧਨਾ ਕਰਨੀ। ਜੇ ਸੁਖ ਦੇਤਾ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਮੈਂ ਦੁੱਖ ਵਿੱਚ ਸੁੱਖ ਵਿੱਚ ਤੈਨੂੰ ਹੀ ਧਿਆਵਾਂਗਾ। ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਜੇ ਭੁੱਖ ਦੇ ਦੇਵੇਂਗਾ ਤਾਂ ਤੇਰੀ ਰਜਾ ਹੈ। ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ, ਤੇ ਜੇ ਦੁੱਖ ਵਿੱਚ ਸੁਖ ਮਨਾਈ। ਤੇ ਜੇ ਦੁੱਖ ਵੀ ਆ ਜੇ ਤੇ ਤਾਂ ਵੀ ਤੇਰਾ ਸ਼ੁਕਰਾਨਾ ਕਰਾਂਗਾ, ਤੈਨੂੰ ਉਲੰਭਾ ਨਹੀਂ ਦਿਆਂਗਾ ਮੈਂ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਗੁਰੂ ਰਾਮਦਾਸ ਮਹਾਰਾਜ ਨੇ ਆਉਣ ਵਾਲਾ ਟਾਈਮ ਪਹਿਲਾਂ ਹੀ ਕਹਿਤਾ, ਕਹਿੰਦੇ ਲਛਮਣ ਸਿੰਘ ਧਾਰੋਵਾਲ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਹੋ ਸਕਦਾ ਤਨ ਕਟਿਆ ਜਾਵੇ, ਅੱਗ 'ਚ ਸੜਨਾ ਪੈ ਜਾਏ, ਪਰ ਆਪਣਾ ਵਿਸ਼ਵਾਸ ਦ੍ਰਿੜ ਕਰਕੇ ਜਾਈ ਬਈ। ਪੱਖਾਂ ਫੇਰੀ ਪਾਣੀ ਢੋਵਾਂ,
ਦੇਵ ਹੈ ਸੋ ਖਾਈ। ਮਹਾਰਾਜ ਜੀ ਮੇਰੇ ਅੰਦਰ ਦੀ ਭਾਵਨਾ ਮੈਂ ਤੁਹਾਡੇ ਦਰ ਦੀ ਸੇਵਾ ਕਰਾਂ, ਪੱਖਾ ਫੇਰਾਂ, ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਜੋ ਮਿਲੇਗਾ ਉਹੀ ਛਕਾਂਗਾ। ਨਾਨਕ ਗਰੀਬ ਟਹਿ ਪਿਆ ਦੁਆਰੇ, ਹਰ ਮੇਲ ਲਹੋ ਵਡਿਆਈ। ਮਹਾਰਾਜ ਮੈਂ ਨਿਮਾਣਾ, ਮੈਂ ਗਰੀਬ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ। ਨਾਨਕ ਗਰੀਬ ਢਹਿ ਪਿਆ ਦੁਆਰੇ, ਮੈਂ ਤੇਰੇ ਦਰ ਤੇ ਢਹਿ ਕੇ ਬੇਨਤੀ ਕਰਦਾ ਹਾਂ, ਨਮਸਕਾਰ ਕਰਕੇ ਬੇਨਤੀ ਕਰਦਾ ਹਾਂ, ਹਰ ਮੇਲ ਲਿਹੋ ਵਡਿਆਈ। ਮੈਨੂੰ ਆਪਣੇ ਘਰ ਵਿੱਚ ਆਪਣੇ ਚਰਨਾਂ ਨਾਲ ਮੇਲ ਲਾਓ, ਇਹ ਤੇਰੀ ਵਡਿਆਈ ਹੈ। ਇਹ ਹੁਕਮਨਾਮਾ ਸਾਹਿਬ ਮਹਾਰਾਜ ਨੇ ਬਖਸ਼ਿਆ। ਲਛਮਣ ਸਿੰਘ ਜੀ ਧਾਰੋਵਾਲ ਹੁਕਮਨਾਮਾ ਸਾਹਿਬ ਲੈ ਕੇ ਜਥੇ ਸਮੇਤ ਤੁਰੇ 200 ਸਰੀਰ ਜਾ ਕੇ ਜਦੋਂ ਪੜਾਅ ਕੀਤਾ ਭੱਠਿਆਂ ਤੇ ਉਹ ਸਿੰਘ ਪਹਿਲਾਂ ਹੀ ਗੇੜਾ ਦੇ ਕੇ ਚਲ ਗਿਆ ਜਿਹੜਾ ਰੋਕਣ ਵਾਸਤੇ ਆਇਆ ਸੀ। ਉਦੋਂ ਤੱਕ ਜਥਾ ਪਹੁੰਚਿਆ ਹੀ ਨਹੀਂ ਸੀ। ਬਾਅਦ ਵਿੱਚ ਜਥਾ ਆਇਆ ਤੇ ਉਹ ਸਿੰਘ ਜਾ ਕੇ ਕਿਸੇ ਕਾਰਖਾਨੇ 'ਚ ਸੌਂ ਗਿਆ। ਕੋਈ ਸਿੰਘ ਦਾ ਕਾਰਖਾਨਾ ਸੀ ਲੱਕੜ ਦਾ, ਵੀ ਚਲੋ ਅੰਮ੍ਰਿਤ ਵੇਲੇ ਉੱਠ ਕੇ ਜਾ ਕੇ ਚਿੱਠੀ ਦੇ ਦਿਆਂਗਾ। ਅਜੇ ਸਿੰਘ ਨੇ ਉੱਠ ਕੇ ਆਉਣਾ ਹੈ। ਭਾਈ ਲਛਮਣ ਸਿੰਘ ਜੀ ਧਾਰੋਵਾਲ ਸਵੇਰ ਨੂੰ ਅਰਦਾਸ ਕਰਕੇ ਜਦੋਂ ਭੱਠਿਆਂ ਤੋਂ ਅੱਗੇ ਨੂੰ ਤੁਰ ਪਏ ਤੇ ਜਾ ਕੇ ਗੁਰਮੁਖੋਂ ਨਨਕਾਣਾ ਸਾਹਿਬ ਮਹੰਤ ਨੇ ਆਪਣੇ ਚੇਲੇ, ਆਪਣੇ ਗੁੰਡੇ ਪਹਿਲਾਂ ਹੀ ਸੈੱਟ ਕੀਤੇ ਹੋਏ ਸਨ, ਕੋਠੇ ਤੇ ਬੈਠੇ ਸਨ। ਮਹੰਤ ਵੀ ਕੋਠੇ ਤੇ ਬੈਠਾ ਹੈ। ਇਹ ਸੰਗਤ ਨੇ ਜਾ ਕੇ ਜਦੋਂ ਨਮਸਕਾਰ ਕੀਤੀ ਤੇ ਭਾਈ ਲਛਮਣ ਸਿੰਘ ਜੀ ਧਾਰੋਵਾਲ ਮਹਾਰਾਜ ਦੀ ਤਾਬਿਆ ਬਹਿ ਗਏ, ਜਾ ਕੇ ਚੌਰ ਸਾਹਿਬ ਕਰਨ ਲੱਗੇ। ਸੰਗਤ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਲੱਗੀ। ਮਹੰਤ ਨੇ ਇਸ਼ਾਰਾ ਕੀਤਾ ਤੇ ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੇ ਉਹਦੇ ਚੇਲੇ ਬੈਠੇ। ਟਕੂਆਂ ਨਾਲ ਹਮਲਾ ਕੀਤਾ, ਗੜਾਸਿਆਂ ਨਾਲ ਹਮਲਾ ਕੀਤਾ ਤੇ ਭਾਈ ਲਛਮਣ ਸਿੰਘ ਜੀ ਧਾਰੋਵਾਲ ਉਹਨਾਂ ਦੇ ਗੋਲੀ ਵੱਜੀ ਤਾਬਿਆ ਬੈਠਿਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਗੋਲੀਆਂ ਵੱਜਦੀਆਂ ਤੇ ਭਾਈ ਲਛਮਣ ਸਿੰਘ ਜੀ ਧਾਰੋਵਾਲ ਨੇ ਜੱਫਾ ਪਾ ਲਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਅੱਜ ਵੀ ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 1921 ਚ ਗੋਲੀਆਂ ਵੱਜੀਆਂ ਸੀ, ਸ਼੍ਰੀ ਅਕਾਲ ਤਖਤ ਸਾਹਿਬ ਤੇ ਬਿਰਾਜਮਾਨ ਹੈ। ਨਨਕਾਣਾ ਸਾਹਿਬ ਜਿਹੜੇ ਸਰੂਪ ਚ ਗੋਲੀਆਂ ਵੱਜੀਆਂ, ਭਾਈ ਲਛਮਣ ਸਿੰਘ ਜੀ ਧਾਰੋਵਾਲ ਨੂੰ ਗੁੰਡਿਆਂ ਨੇ ਖਿੱਚਿਆ ਤਾਬਿਆ ਤੋਂ ਤੇ ਭਾਈ ਲਛਮਣ ਸਿੰਘ ਧਾਰੋਵਾਲ ਨੂੰ ਸਹਿਕਦੇ ਨੂੰ ਭੱਠੀ ਦੇ ਵਿੱਚ ਲਿਜਾ ਕੇ ਸੁੱਟ ਦਿੱਤਾ। ਅੱਗ ਬਲਦੀ ਚ ਅੱਗ ਬਾਲੀ ਹੋਈ ਸੀ, ਤਿਆਰੀ ਕੀਤੀ ਹੋਈ ਸੀ। ਕਿਸੇ ਦੇ ਟਕੂਏ ਮਾਰਦੇ ਨੇ, ਕਿਸੇ ਦੀ ਛਾਤੀ 'ਚ ਗੜਾਸੇ ਮਾਰਦੇ ਨੇ। ਅੱਧ ਮੋਇਆਂ ਨੂੰ ਚੱਕ ਚੱਕ ਕੇ ਅੱਗ ਵਿੱਚ ਸਿੱਟੀ ਜਾਂਦੇ ਸੀ। ਰੱਜ ਕੇ ਕਤਲੇਆਮ ਕੀਤਾ ਨਨਕਾਣਾ ਸਾਹਿਬ ਦੇ ਅੰਦਰ। ਤੇ ਪਿਆਰਿਓ, ਜਦੋਂ ਕਤਲੇਆਮ ਕਰਤਾ 200 ਦੇ 200 ਸਿੰਘ ਸ਼ਹੀਦ ਕਰਤੇ ਤੇ ਖਬਰ ਪਹੁੰਚ ਗਈ ਕਰਤਾਰ ਸਿੰਘ ਝੱਬਰ ਨੂੰ। ਅੰਗਰੇਜ਼ਾਂ ਨੇ ਜਦੋਂ ਸਾਰਾ ਕਤਲੇਆਮ ਹੋ ਗਿਆ, ਨਨਕਾਣਾ ਸਾਹਿਬ ਨੂੰ ਕੁੰਡੇ ਲਾਤੇ, ਜਿੰਦੇ ਲਾਤੇ। ਤੇ ਜਦੋਂ ਮਹੰਤ ਦੇ ਚੇਲੇ ਖੂਨ ਲੱਗੇ ਨਾ ਸਾਫ਼ ਕਰਨ ਜਿਹੜਾ ਕਤਲੇਆਮ ਕੀਤਾ ਸੀ, ਤੇ ਦਰਬਾਰ ਸਾਹਿਬ ਦੇ ਵਿੱਚ ਇੱਕ ਅਲਮਾਰੀ ਸੀ, ਅੱਜ ਵੀ ਹੈਗੀ ਆ ਨਨਕਾਣਾ ਸਾਹਿਬ ਅਲਮਾਰੀ। ਉਹ ਜਦੋਂ ਮਹੰਤ ਦੇ ਚੇਲੇ ਖੂਨ ਸਾਫ਼ ਕਰਦੇ ਐ, ਧੋਂਦੇ ਐ, ਉਸ ਅਲਮਾਰੀ ਦੇ ਵਿੱਚੋਂ ਆਵਾਜ਼ ਆਈ ਕਿ ਪਿਤਾ ਜੀ ਮੈਂ ਤੇ ਆਖਿਆ ਸੀ ਮੈਂ ਵੀ ਕੁਰਬਾਨ ਹੋਣਾ। ਉਹ ਸੀ ਦਰਬਾਰਾ ਸਿੰਘ 12 ਸਾਲ ਦਾ, ਜਿਹਨੂੰ ਕੇਰ ਸਿੰਘ ਨੇ ਤਾਕੀ ਦੇ ਵਿੱਚ ਉਸ ਅਲਮਾਰੀ ਦੇ ਵਿੱਚ ਬੰਦ ਕਰਤਾ ਸੀ। ਤੇ ਜਦੋਂ ਇਹ ਆਵਾਜ਼ ਆਈ ਕਿ ਮੈਂ ਵੀ ਕੁਰਬਾਨ ਹੋਣਾ ਸੀ, ਤੇ ਮਹੰਤ ਦੇ ਚੇਲੇ ਕਹਿੰਦੇ ਮਹੰਤ ਨੂੰ, ਕਹਿੰਦੇ ਨਰੈਣੂ ਨੂੰ, ਕਹਿੰਦੇ ਮਹੰਤ ਜੀ ਅਲਮਾਰੀ ਦੇ ਵਿੱਚੋਂ ਕੋਈ ਬਲਾ ਬੋਲਦੀ ਹੈ। ਤੇ ਮਹੰਤ ਕਹਿੰਦਾ ਜਿੱਥੇ ਲਛਮਣ ਸਿੰਘ ਧਾਰੋਵਾਲ ਵਰਗੀਆਂ ਬਲਾਵਾਂ ਨਹੀਂ ਛੱਡੀਆਂ, ਇਹ ਕਿੱਡੀ ਕੁ ਬਲਾ ਹੋਊਗੀ। ਦੇਖੋ ਕੌਣ ਹੈ। ਅਲਮਾਰੀ ਖੋਲੀ ਤੇ ਵਿੱਚ 12 ਸਾਲ ਦਾ ਦਰਬਾਰਾ ਸਿੰਘ। ਉਹ 12 ਸਾਲ ਦੇ ਦਰਬਾਰਾ ਸਿੰਘ ਦੇ ਜੀਂਦੇ ਦੇ 2 ਟੋਟੇ ਕਰਤੇ ਪੇਟ ਤੋਂ, ਲੱਤਾਂ ਇੱਕ ਪਾਸੇ, ਛਾਤੀ ਵਾਲਾ ਪਾਸਾ ਇੱਕ ਪਾਸੇ, 2 ਟੋਟੇ ਜੀਂਦੇ ਦੇ ਕਰਕੇ ਬਲਦੀ ਅੱਗ 'ਚ ਸੁੱਟਿਆ। ਜਦੋਂ ਕਤਲੇਆਮ ਹੋ ਗਿਆ ਤੇ ਗੋਰਿਆਂ ਨੇ ਜਿੰਦਰੇ ਲਾਤੇ। ਏਡਾ ਕਤਲੇਆਮ ਹੋਣ ਤੋਂ ਬਾਅਦ ਉਧਰ ਕਰਤਾਰ ਸਿੰਘ ਜੀ ਝੱਬਰ ਨੂੰ ਪਤਾ ਲੱਗਿਆ ਕਿ ਭਾਈ ਲਛਮਣ ਸਿੰਘ ਧਾਰੋਵਾਲ ਨਾਲ ਸਿੰਘ ਸ਼ਹੀਦ ਹੋ ਗਏ। ਫਿਰ 2200 ਦਾ ਜਥਾ ਲੈ ਕੇ ਕਰਤਾਰ ਸਿੰਘ ਜੀ ਝੱਬਰ ਆਏ ਤੇ ਗੋਰਾ ਕਪਤਾਨ ਸੀ ਜਿਹੜਾ ਮੇਨ
ਸਾਰੀ ਫੌਜ ਦਾ। ਉਹ ਕਹਿੰਦਾ ਕਰਤਾਰ ਸਿਆਂ 2 ਦਿਨ ਰੁਕ ਜਾਓ, ਤੁਹਾਨੂੰ ਚਾਬੀਆਂ ਲੈ ਕੇ ਦੇ ਦਿਆਂਗੇ। ਤੇ ਕਰਤਾਰ ਸਿੰਘ ਝੱਬਰ ਕਹਿੰਦਾ ਜਿੱਥੇ 200 ਗਿਆ 2200 ਵੀ ਚੱਲ ਜੂ, ਪਰ ਹੁਣ ਗੁਰੂ ਘਰ ਦਾ ਕਬਜ਼ਾ ਛੱਡਣਾ ਨਹੀਂ, ਲੈ ਕੇ ਹਟਣਾ ਹੈ। ਸਾਡੀ ਸ਼ਾਂਤਮਈ ਬੈਠੀ ਸੰਗਤ ਨੂੰ ਇਹਨਾਂ ਨੇ ਕਤਲੇਆਮ ਕੀਤਾ ਹੈ। ਨਰੈਣੂ ਮਹੰਤ ਗੋਰਿਆਂ ਨੇ ਗ੍ਰਿਫਤਾਰ ਕੀਤਾ ਤੇ ਜਦੋਂ ਜਿੰਦਾ ਖੋਲਿਆ ਨਾ ਪਿਆਰਿਓ ਨਨਕਾਣਾ ਸਾਹਿਬ ਦਾ, ਪਹਿਲੇ ਜਥੇ ਚ ਅੰਦਰ ਕਰਤਾਰ ਸਿੰਘ ਜੀ ਝੱਬਰ, ਨਰੈਣ ਸਿੰਘ ਜਿਨ੍ਹਾਂ ਨੇ ਇਤਿਹਾਸ ਲਿਖਿਆ ਸਾਰਾ, ਪ੍ਰਿੰਸੀਪਲ ਜੋਧ ਸਿੰਘ ਨਾਲ ਹੋਰ ਗੁਰੂ ਕੇ ਸਿੰਘ। ਪਹਿਲਾ ਜਥਾ ਜਦੋਂ ਅੰਦਰ ਗਿਆ ਕੀ ਵੇਖਦੇ ਐ, ਕਿਤੇ ਮਾਸ ਦੇ ਟੁਕੜੇ ਪਏ ਐ, ਕਿਉਂਕਿ ਵੱਢਦੇ ਸਨ ਟਕੂਆਂ ਦੇ ਨਾਲ। ਭੱਠੀ ਦੇ ਵਿੱਚੋਂ ਜਿਹੜੀ ਅੱਗ ਬਾਲੀ ਸੀ ਉਹਨਾਂ ਨੇ 126 ਖੋਪੜੀਆਂ ਉਸ ਅੱਗ ਵਿੱਚੋਂ ਕੱਢੀਆਂ। 126 ਖੋਪੜੀਆਂ ਸਿੰਘਾਂ ਦੀਆਂ। 4 ਟੋਕਰੇ ਮਾਸ ਦੇ ਹੋਏ, ਜਿਹੜੇ ਟੁਕੜੇ ਕਰ ਕੋਈ 4 ਇੰਚ ਕੋਈ 10 ਇੰਚ ਇਦਾਂ ਜਿਹੜੇ ਟੁਕੜੇ ਕੀਤੇ ਸੀ ਮਾਸ ਦੇ। 4 ਟੋਕਰੇ ਮਾਸ ਦੇ, 4 ਅੱਧ ਸੜੀਆਂ ਲਾਸ਼ਾਂ ਤੇ 10 ਟੋਕਰੇ ਹੱਡੀਆਂ ਦੇ ਇਕੱਠੇ ਕੀਤੇ। ਚਿਖਾ ਚਿਣੀ ਗਈ। ਜਦੋਂ ਚਿਖਾ ਚਿਣੀ ਗਈ, ਚਿਖਾ ਦੇ ਉੱਤੇ ਪਹਿਲਾਂ 4 ਅੱਧ ਸੜੀਆਂ ਲਾਸ਼ਾਂ ਪਾਈਆਂ ਗਈਆਂ, ਉੱਪਰ 4 ਟੋਕਰੇ ਮਾਸ ਦੇ ਪਾਏ ਗਏ, ਉੱਪਰ 126 ਖੋਪੜੀਆਂ ਰੱਖੀਆਂ ਗਈਆਂ, ਉੱਪਰ ਹੱਡੀਆਂ ਪਾਈਆਂ ਗਈਆਂ। ਤੇ ਦਰਬਾਰਾ ਸਿੰਘ ਦੀ ਦਾਦੀ ਉਹ ਵੀ ਆਈ ਸੀ ਤੇ ਉਹ ਕਹਿੰਦੀ ਫਿਰਦੀ ਸੀ ਸੰਗਤ ਨੂੰ ਕਿ ਭਾਈ ਜੇ ਕਿਤੇ ਨਿੱਕੀਆਂ ਨਿੱਕੀਆਂ ਹੱਡੀਆਂ ਜਾਂ ਉਂਗਲਾਂ ਦੀਆਂ ਹੱਡੀਆਂ ਹੋਣ ਤਾਂ ਦੱਸਿਓ, ਮੇਰਾ ਪੋਤਾ ਦਰਬਾਰਾ ਸਿੰਘ ਵੀ ਸ਼ਹੀਦ ਹੋਇਆ। ਪਰ ਲੱਭਣੀਆਂ ਕੀ ਸੀ, ਨਿੱਕੇ ਨਿੱਕੀਆਂ ਹੱਡੀਆਂ ਤੇ ਉਂਗਲਾਂ, ਉਹ ਤੇ ਸੜ ਕੇ ਸੁਆਹ ਹੋ ਗਈਆਂ। ਹੁਣ ਜਦੋਂ ਚਿਖਾ ਚਿਣੀ ਗਈ, ਉੱਪਰ ਬਾਲਣ ਚਿਣਿਆ ਗਿਆ ਤੇ ਉਸ ਵੇਲੇ ਪ੍ਰਿੰਸੀਪਲ ਜੋਧ ਸਿੰਘ ਜੀ ਨੇ ਅਰਦਾਸ ਕੀਤੀ ਚਿਖਾ ਨੂੰ ਲਾਂਬੂ ਲਾਉਣ ਤੋਂ ਪਹਿਲਾਂ, ਤੇ ਨਾਲ ਬਚਨ ਕੀਤਾ ਕਿ ਭਾਈ 2 ਦਿਨ ਰੁਕ ਜਾਂਦੇ ਅਸੀਂ ਸੰਸਕਾਰ ਕਰਨ ਲਈ। ਜਿਹੜੇ ਲੋਕਾਂ ਨੂੰ ਇਹ ਸ਼ੰਕਾ ਹੈ ਕਿ ਜਿਹੜੀ ਅਰਦਾਸ ਅਸੀਂ ਕਰੀਦੀ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਾਏ, ਜੇ ਕਿਸੇ ਨੂੰ ਇਸ ਅਰਦਾਸ ਦੇ ਸ਼ਬਦਾਂ ਤੇ ਸ਼ੰਕਾ ਹੈ ਉਹ ਅੱਜ ਆ ਕੇ ਚਿਖਾ ਦੇਖ ਲਵੇ। ਅਸੀਂ 2 ਦਿਨ ਅਟਕ ਕੇ ਸੰਸਕਾਰ ਕਰ ਦੇਵਾਂਗੇ। ਉਹ ਜਿਹੜੇ ਬਚਨ ਨੇ ਉਹ ਅੱਜ ਵੀ ਕਾਇਮ ਨੇ। ਆਖੋ ਸਤਨਾਮ ਵਾਹਿਗੁਰੂ ਜੀ। ਤੇ ਪਿਆਰਿਓ, ਉਸ ਵੇਲੇ ਫਿਰ ਪ੍ਰਿੰਸੀਪਲ ਜੋਧ ਸਿੰਘ ਜੀ ਨੇ ਅਰਦਾਸ ਕੀਤੀ, ਚਿਖਾ ਨੂੰ ਲਾਂਬੂ ਲਾਇਆ, ਸੋਹਲਾ ਸਾਹਿਬ ਜੀ ਦਾ ਜਾਪ ਹੋਇਆ ਤੇ ਉਸ ਬਲਦੀ ਅੱਗ ਦੇ ਵਿੱਚ ਉਹਦੀ ਰੋਸ਼ਨੀ 'ਚ ਬੈਠ ਕੇ ਮਤੇ ਪਾਸ ਕੀਤੇ ਗਏ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਸਿੰਘਾਂ ਦੀ ਸ਼ਹੀਦੀ ਸਾਕਾ ਨਨਕਾਣਾ ਸਾਹਿਬ 20 ਫਰਵਰੀ 1921 ਜਿੱਦਣ ਚਿਖਾ ਨੂੰ ਲਾਂਬੂ ਲਾ ਕੇ ਸੰਸਕਾਰ ਕੀਤਾ ਉਹਨਾਂ ਸ਼ਹੀਦਾਂ ਦੀ, ਉਸ ਬਲਦੀ ਅੱਗ ਦੀ ਰੋਸ਼ਨੀ 'ਚ ਇਹ ਮਤੇ ਪਾਸ ਕੀਤੇ ਗਏ ਸੀ ਕਿ ਅੱਜ ਤੋਂ ਬਾਅਦ ਗੁਰੂ ਘਰ ਦਾ ਪ੍ਰਬੰਧ ਜਿਹੜਾ ਹੋਏਗਾ, ਗੁਰੂ ਘਰ ਦੇ ਪ੍ਰਬੰਧਕ ਅੰਮ੍ਰਿਤਧਾਰੀ ਹੋਣਗੇ, ਗੁਰਮਤ ਦੇ ਧਾਰਨੀ ਹੋਣਗੇ ਜਿਹੜੇ ਗੁਰੂ ਘਰ ਦਾ ਪ੍ਰਬੰਧ ਚਲਾਉਣਗੇ, ਤੇ ਅੰਮ੍ਰਿਤਧਾਰੀ ਤੋਂ ਬਿਨਾਂ ਗੁਰੂ ਘਰ ਦੀ ਕਮੇਟੀ 'ਚ ਕੋਈ ਨਹੀਂ ਹੋਏਗਾ। ਤੇ ਅੱਜ ਆਪਾਂ ਝਾਤੀ ਮਾਰ ਲਈਏ, ਹਾਲਾਤ ਫਿਰ ਉਦਾਂ ਦੇ ਹੀ ਹੈ। ਅੱਜ ਪਿੰਡ ਦੇ ਵਿੱਚ ਉਹਨੂੰ ਪ੍ਰਧਾਨ ਬਣਾਇਆ ਜਾਂਦਾ ਗੁਰਦੁਆਰੇ ਦਾ ਜਿਹੜਾ ਪੈਸੇ ਜ਼ਿਆਦਾ ਦਿੰਦਾ ਹੈ। ਗੁਰਮਤ ਨਾਲ ਕੋਈ ਲੈਣਾ ਦੇਣਾ ਹੀ ਨਹੀਂ, ਅੰਮ੍ਰਿਤਧਾਰੀ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਕਹਿੰਦੇ ਫਲਾਨਾ ਬੰਦਾ ਪੈਸੇ ਬਹੁਤ ਦਿੰਦਾ, ਇਹਨੂੰ ਪ੍ਰਬੰਧਕ ਬਣਾਓ, ਭਾਵੇਂ ਕੇਸ ਰੱਖੇ ਹੋਣ ਭਾਵੇਂ ਨਾ, ਭਾਵੇਂ ਅੰਮ੍ਰਿਤਧਾਰੀ ਹੋਵੇ ਭਾਵੇਂ ਨਾ। ਇਹ ਮਤੇ ਪਾਏ ਗਏ ਸੀ ਉਹ 1921 ਦੇ ਵਿੱਚ ਕਿ ਗੁਰੂ ਘਰ ਦਾ ਜਿਹੜਾ ਪ੍ਰਬੰਧਕ ਹੋਏਗਾ ਅੰਮ੍ਰਿਤਧਾਰੀ ਹੋਏਗਾ, ਗੁਰਮਤ ਦਾ ਧਾਰਨੀ ਹੋਏਗਾ, ਬਾਣੀ ਬਾਣੇ ਦਾ ਧਾਰਨੀ ਹੋਏਗਾ। ਤੇ ਪਿਆਰਿਓ, ਅੱਜ ਵੀ ਜਿਹੜਾ ਗੁਰਦੁਆਰੇ ਦੀਆਂ ਚੋਣਾਂ ਦੇ ਵਿੱਚ ਸ਼ਰਾਬ ਵੰਡ ਕੇ ਵੋਟਾਂ ਲੈਂਦਾ ਉਹ ਵੀ ਨਰੈਣੂ ਮਹੰਤ ਤੋਂ ਘੱਟ ਨਹੀਂ। ਆਖੋ ਸਤਨਾਮ ਵਾਹਿਗੁਰੂ ਜੀ। ਅੱਜ ਵੀ ਜੇ ਗੁਰੂ ਘਰ ਦੀ ਇਲੈਕਸ਼ਨ ਹੁੰਦੀ ਹੈ ਤੇ ਸ਼ਰਾਬਾਂ ਵੰਡ ਕੇ ਵੋਟਾਂ ਗੁਰੂ ਘਰ ਲਈ ਲਈਆਂ ਜਾਂਦੀਆਂ, ਫਿਰ ਨਰੈਣੂ ਮਹੰਤ ਤੋਂ ਘੱਟ ਤਾਂ ਨਹੀਂ ਗੇ, ਉਹੀ ਚੀਜ਼ ਨੇ। ਇਸ ਕਰਕੇ ਸੁਚੇਤ ਰਹਿਣਾ ਹੈ, ਉਹਨਾਂ ਸ਼ਹੀਦਾਂ ਨੂੰ ਸਦਾ ਯਾਦ ਰੱਖਣਾ ਹੈ ਜਿਨ੍ਹਾਂ ਨੇ ਗੁਰਧਾਮ ਸਾਡੇ ਆਜ਼ਾਦ ਕਰਾਏ ਨੇ 1921 ਦੇ ਵਿੱਚ। ਗੁਰੂ ਨਾਨਕ ਮਹਾਰਾਜ ਦਾ ਜਨਮ ਸਥਾਨ ਨਨਕਾਣਾ ਸਾਹਿਬ ਆਜ਼ਾਦ ਕਰਾਇਆ, ਤਰਨ ਤਾਰਨ ਸਾਹਿਬ ਆਜ਼ਾਦ ਕਰਾਇਆ, ਪੌਂਟਾ ਸਾਹਿਬ ਆਜ਼ਾਦ ਕਰਾਇਆ। ਉਹਨਾਂ ਸਿੰਘਾਂ ਸ਼ਹੀਦਾਂ ਨੂੰ ਸਦਾ ਹੀ ਨਮਸਕਾਰ ਹੈ।
ਉਹਨਾਂ ਸ਼ਹੀਦਾਂ ਸਿੰਘਾਂ ਦੇ ਚਰਨਾਂ ਤੇ ਸਦਾ ਹੀ ਬੰਦਨਾ ਹੈ, ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਗੁਰੂ ਘਰ ਆਜ਼ਾਦ ਕਰਾਏ ਤੇ ਗੁਰੂ ਘਰਾਂ ਦਾ ਪ੍ਰਬੰਧ ਗੁਰੂ ਕੀਆਂ ਸੰਗਤਾਂ ਨੂੰ ਦਿੱਤਾ ਹੈ। ਅਰਦਾਸ ਕਰਿਓ ਮਹਾਰਾਜ ਜੀ। ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਐ, ਬਾਜਾਂ ਵਾਲੇ ਗੁਰਾ ਤੇਰੀ ਧੰਨ ਸਿੱਖੀ। ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਐ, ਬਾਜਾਂ ਵਾਲੇ ਗੁਰਾ ਤੇਰੀ ਧੰਨ ਸਿੱਖੀ ਐ। ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਐ, ਵਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ ਐ। ਉਹ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਐ, ਵਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ ਐ। ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਐ, ਵਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ ਐ। ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਐ, ਵਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ ਐ। ਜੀ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਐ, ਬਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ। ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਐ, ਬਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ ਐ। ਉਹ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਐ, ਵਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ ਐ। ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਐ, ਬਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ ਐ। ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਐ, ਵਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ ਐ। ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਐ, ਵਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ ਐ। ਬਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ ਐ, ਬਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ ਐ। ਵਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ ਐ, ਬਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ ਐ। ਵਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ ਐ, ਵਾਜਾਂ ਵਾਲੇ ਗੁਰਾਂ ਤੇਰੀ ਧੰਨ ਸਿੱਖੀ ਐ। ਧੰਨ ਧੰਨ ਜੀ ਆਉਣਾ ਉਹਨਾਂ ਦਾ, ਧੰਨ ਧੰਨ ਜੀ ਆਉਣਾ ਉਹਨਾਂ ਦਾ। ਧੰਨ ਧੰਨ ਜੀ ਆਉਣਾ ਉਹਨਾਂ ਦਾ, ਧੰਨ ਧੰਨ ਜੀ ਆਉਣਾ ਉਹਨਾਂ ਦਾ। ਧੰਨ ਧੰਨ ਜੀ ਆਉਣਾ ਉਹਨਾਂ ਦਾ, ਧੰਨ ਧੰਨ ਜੀ ਆਉਣਾ ਉਹਨਾਂ ਦਾ। ਜਿਨਾ ਆਇਆ ਤੇ ਜਗਤ ਤਰ ਜਾਵੇ, ਧੰਨ ਧੰਨ ਆਉਣਾ ਉਹਨਾਂ ਦਾ। ਜਿਨਾ ਆਇਆ ਤੇ ਜਗਤ ਤਰ ਜਾਵੇ, ਧੰਨ ਧੰਨ ਆਉਣਾ ਉਹਨਾਂ ਦਾ। ਜਿਨਾ ਆਇਆ ਤੇ ਜਗਤ ਤਰ ਜਾਵੇ, ਧੰਨ ਧੰਨ ਆਉਣਾ ਉਹਨਾਂ ਦਾ। ਉਹ ਜਿਨਾ ਆਇਆ ਤੇ ਜਗਤ ਤਰ ਜਾਵੇ, ਧੰਨ ਧੰਨ ਆਉਣਾ ਉਹਨਾਂ ਦਾ। ਜੀ ਪੂਰਾ ਕੋ ਪਹਿਚਾਨੀਐ, ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾੜੈ ਖੇਤ। ਵੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਤੇ ਹੀ ਤੇ ਪਾਈਐ। ਪੂਰਨ ਪਰਮਾਨੰਦ, ਵੀਰ ਮਰਤਾ ਮਰਤਾ ਜਗ ਮੂਆ, ਹਰ ਵੀ ਨਾ ਜਾਣਿਆ ਕੋਏ। ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਏ। ਗੁਰੂ ਸਾਹਿਬ ਰਹਿਮਤ ਕਰਨ ਉਹਨਾਂ ਸ਼ਹੀਦਾਂ ਦੇ ਚਰਨਾਂ ਤੇ ਸਦਾ ਹੀ ਨਮਸਕਾਰ। ਉਹਨਾਂ ਮਹਾਂਪੁਰਖਾਂ ਦੇ ਚਰਨਾਂ ਤੇ ਸਦਾ ਨਮਸਕਾਰ, ਜਿਨ੍ਹਾਂ ਨੇ ਜੀਵਨ ਨੂੰ ਘਾਲਿਆ, ਪਰਉਪਕਾਰ ਦੇ ਜੀਵਨ ਨੂੰ ਜੀਵਿਆ ਤੇ ਇਸ ਸੰਸਾਰ ਤੋਂ ਦੇਹੀ ਨੂੰ ਸਵਾਸਾਂ ਨੂੰ ਸਫਲੇ ਕਰਕੇ ਗਏ ਨੇ। ਬਹੁਤ ਬਹੁਤ ਧੰਨਵਾਦ।
ਸ਼੍ਰੀਮਾਨ ਸੰਤ ਬਾਬਾ ਸੁਰਜੀਤ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਸਤਵਿੰਦਰ ਸਿੰਘ ਜੀ, ਜੋ ਸੰਗਤ ਦੇ ਸਹਿਯੋਗ ਨਾਲ ਹਰ ਮਹੀਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਆ। ਗੁਰੂ ਸਾਹਿਬ ਜੀ ਦੀ ਅਗਾਧ ਬੋਧ ਬਾਣੀ ਦੇ ਜਾਪ ਆਰੰਭ ਕਰਵਾਏ ਨੇ। ਸੰਪੂਰਨ ਭੋਗ ਉਪਰੰਤ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੇ ਸਗਲੇ ਖੁਨ ਤਾਰੇ ਹਰ ਦਰਗਹਿ ਪਤ ਸਿਉ ਜਾਏਂਦਾ। ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ, ਦੂਰੋਂ ਨੇੜਿਓਂ ਚੱਲ ਕੇ ਆਪ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਏ ਹੋ। ਸਭ ਦਾ ਧੰਨਵਾਦ। ਸਭ ਤੋਂ ਵੱਧ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਧੰਨ ਧੰਨ 108 ਸ਼੍ਰੀਮਾਨ ਸੰਤ ਬਾਬਾ ਹਰੀ ਸਿੰਘ ਜੀ, ਬਾਬਾ ਮਹਿੰਦਰ ਸਿੰਘ ਜੀ ਮਹਾਂਪੁਰਸ਼ਾਂ ਦਾ। ਹੋਈਆਂ ਤਮਾਮ ਭੁੱਲਾਂ ਚੁੱਕਾਂ ਦੀ ਖਿਮਾ। ਸ਼ਲੋਕ ਵਿੱਚ ਬੋਲਣਾ ਕੋਈ ਰਸਨਾ ਵਾਂਝੀ ਨਾ ਰਵੇ। ਅਗਲਾ ਪ੍ਰੋਗਰਾਮ ਭਾਈ ਸਾਹਿਬ ਭਾਈ ਲਖਵੀਰ ਸਿੰਘ ਜੀ ਪਾਸੋਂ ਬੜੇ ਪਿਆਰ ਸ਼ਰਧਾ ਨਾਲ ਸਰਵਣ ਕਰਨਾ ਜੀ। ਆਓ ਸ਼ਲੋਕ ਵਿੱਚ ਬੋਲਿਓ ਕੋਈ ਰਸਨਾ ਵਾਂਝੀ ਨਾ ਰਵੇ। ਬੋਲਦਿਆਂ ਵਿਚਾਰਾਂ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋਈਆਂ ਨੇ। ਗੁਰੂ ਸਾਹਿਬ ਗੁਰੂ ਜੀ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣ। ਹਰ ਜਸ ਗਾਇਓ, ਹਰ ਜਸ ਗਾਇਓ, ਜਸ ਗਾਇਓ, ਹਰ 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 ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ, ਹਰ ਜਸ ਗਾਇਓ, ਹਰ ਜਸ ਗਾਇਓ, ਹਰ ਜਸ ਗਾਇਓ, ਹਰ ਜਸ ਗਾਇਓ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਨਿਤ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।